ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਪਿਆਰੇ ਗੁਰੂ ਸਵਾਰਿਓ, ਸਿੱਖ ਮਿਸ਼ਨਰੀ ਕਾਲਜ ਵੱਲੋਂ ਚੱਲ ਰਹੀ ਰੋਜ਼ਾਨਾ ਗੁਰਮਤਿ ਕਲਾਸ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ। ਗੁਰਮਤਿ ਕਲਾਸ ਵਿੱਚ ਹਰ ਹਫ਼ਤੇ ਅਸੀਂ ਇਤਿਹਾਸ ਦੇ ਵਿਸ਼ੇ ਨੂੰ ਲੈਂਦੇ ਹਾਂ। ਪੰਜਾਬ ਦਾ ਇਤਿਹਾਸ 1947 ਤੋਂ ਬਾਅਦ ਚੱਲ ਰਿਹਾ ਹੈ, ਜਿਹਦੀਆਂ ਵਿਚਾਰਾਂ ਅਸੀਂ ਪਿਛਲੇ ਕੁਝ ਹਫ਼ਤਿਆਂ ਤੋਂ ਕਰ ਰਹੇ ਹਾਂ। ਆਪ ਜੀ ਭਲੀ ਭਾਂਤ ਜਾਣਦੇ ਹੋ ਕਿ 1947 ਦੇ ਵਿੱਚ ਭਾਰਤ ਆਜ਼ਾਦ ਹੋ ਗਿਆ। 15 ਅਗਸਤ 1947 ਨੂੰ ਜਿਹੜਾ ਭਾਰਤ ਆਪਣੀ ਆਜ਼ਾਦੀ ਦੀ ਵਰ੍ਹੇਗੰਢ ਮਨਾਉਂਦਾ ਹੈ, ਔਰ ਇਸ ਸਾਲ ਵੀ 75ਵੀਂ ਵਰ੍ਹੇਗੰਢ ਜਿਹੜੀ ਹੈ ਭਾਰਤ ਮਨਾ ਰਿਹਾ ਹੈ। ਲੇਕਿਨ ਇਸ ਆਜ਼ਾਦੀ ਦੇ ਵਿੱਚੋਂ ਸਿੱਖ ਕੌਮ ਦਾ ਬਹੁਤ ਵੱਡਾ ਨੁਕਸਾਨ ਹੋਇਆ। ਪਿਆਰੇ ਗੁਰਧਾਮਾਂ ਤੋਂ ਵਿਛੋੜਾ ਹੋਇਆ, ਘਰ ਘਰ ਛੱਡਣੇ ਪੈ ਗਏ। ਇਹ ਕਹਿ ਲਈਏ ਦੂਜੇ ਲਫ਼ਜ਼ਾਂ ਵਿੱਚ ਕਿ ਚਾਰ ਕੱਪੜੇ ਤਨਦਿਆਂ ਦੇ ਨਾਲ ਹੀ ਸਾਰਾ ਕੁਝ ਛੱਡ ਛਡਾ ਕੇ ਆਪਣੇ ਹੀ ਦੇਸ਼ ਵਿੱਚ ਸ਼ਰਨਾਰਥੀ ਬਣ ਗਏ। ਪਰ ਸ਼ਰਨਾਰਥੀ ਬਣਨ ਪਿੱਛੇ ਇੱਕ ਚਾਅ ਸੀ, ਇੱਕ ਰਾਜ ਸੀ ਕਿ 47 ਤੋਂ ਬਾਅਦ ਸਾਨੂੰ ਆਪਣੇ ਹੱਕ ਮਿਲਣਗੇ। 47 ਤੋਂ ਬਾਅਦ 1947 ਤੋਂ ਬਾਅਦ ਅਸੀਂ ਆਜ਼ਾਦੀ ਦਾ ਨਿੱਘ ਮਾਣਾਂਗੇ। ਕੀਤੇ ਹੋਏ ਇੱਥੋਂ ਦੇ ਲੀਡਰਾਂ ਦੇ ਆਗੂਆਂ ਦੇ ਜਿਹੜੇ ਕੌਲ ਕਰਾਰ ਹਨ, ਉਹਨਾਂ ਤੇ ਉਹ ਪੂਰੇ ਉਤਰਨਗੇ। ਪਰ 1947 ਆਜ਼ਾਦੀ ਦਾ ਸੂਰਜ ਚੜ੍ਹਦਿਆਂ ਹੀ ਸਿੱਖ ਕੌਮ ਦਾ ਸੂਰਜ ਜਿਹੜਾ ਸੀ ਉਹ ਫਿੱਕਾ ਪੈਣਾ ਸ਼ੁਰੂ ਹੋ ਗਿਆ। ਕਾਰਨ ਕੀਤੇ ਹੋਏ ਵਾਅਦਿਆਂ ਤੋਂ ਮੁੱਕਰ ਜਾਣਾ, ਵੱਖਰੇ ਜਿੱਥੇ ਸਿੱਖ ਆਜ਼ਾਦੀ ਦਾ ਨਿੱਘ ਮਾਣ ਸਕਣ ਉਹ ਖਿੱਤੇ ਦੀ ਗੱਲ ਆਪਣੇ ਜ਼ਿਹਨ ਵਿੱਚੋਂ ਭੁਲਾ ਦੇਣੀ। ਸੰਵਿਧਾਨ ਦੇ ਵਿੱਚ ਸਿੱਖਾਂ ਲਈ ਵੱਖਰਾ ਦਰਜਾ ਨਾ ਰੱਖਣਾ, ਬਹੁਤ ਸਾਰੀਆਂ ਐਸੀਆਂ ਘਟਨਾਵਾਂ ਜਿਨ੍ਹਾਂ ਦਾ ਜ਼ਿਕਰ ਅਸੀਂ ਕਰ ਲਿਆ, ਉਹ ਸਿੱਖ ਕੌਮ ਨੂੰ ਦੁਬਾਰਾ ਸੋਚਣ ਲਈ ਮਜਬੂਰ ਹੋਣਾ ਪੈ ਗਿਆ। ਅਖੀਰ ਪੰਜਾਬੀ ਦੇ ਬੇਸ ਦੇ ਉੱਤੇ ਸੂਬਿਆਂ ਦੀ ਜਦੋਂ ਭਾਸ਼ਾ ਦੇ ਆਧਾਰ ਦੇ ਉੱਤੇ ਵੰਡ ਹੋਈ ਜਾਂ ਵੰਡ ਕਰਨ ਦੀ ਅਜੇ ਕਮੇਟੀ ਬਣਾਈ ਗਈ, ਤਾਂ ਉਹਦੇ ਲਈ ਵੀ ਪੰਜਾਬੀ ਨੂੰ ਖਾਸ ਮਹਾਨਤਾ ਜਿਹੜੀ ਸਥਾਨ ਜਿਹੜਾ ਸੀ ਨਹੀਂ ਦਿੱਤਾ ਗਿਆ। ਇਸ ਤਰੀਕੇ ਨਾਲ ਸਿੱਖ ਆਗੂਆਂ ਦੇ ਕੋਲ ਹੋਰ ਕੋਈ ਚਾਰਾ ਨਹੀਂ ਸੀ ਕਿ ਜੱਦੋ-ਜਹਿਦ ਤੋਂ ਬਿਨਾਂ ਉਹਨਾਂ ਨੂੰ ਕੋਈ ਹੋਰ ਰਸਤਾ ਨਜ਼ਰ ਨਹੀਂ ਸੀ ਆਉਂਦਾ। ਪਿਛਲੇ ਹਫ਼ਤੇ ਅਸੀਂ ਵਿਚਾਰ ਕੀਤੀ ਸੀ ਕਿ ਸ਼੍ਰੋਮਣੀ ਕਮੇਟੀ ਦੇ ਮਾਸਟਰ ਤਾਰਾ ਸਿੰਘ ਜੀ ਨੂੰ ਕਿਵੇਂ ਸਾਜ਼ਿਸ਼ ਰਚ ਕੇ ਪ੍ਰਧਾਨਗੀ ਤੋਂ ਲਾਇਆ ਗਿਆ। ਪਰ ਨਾਲ ਹੀ 1960 ਦੇ ਵਿੱਚ 17 ਜਨਵਰੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੁਬਾਰਾ ਹੋਈਆਂ। ਉਸ ਤੋਂ ਅਗਲਾ ਇਤਿਹਾਸ ਅੱਜ ਆਪਾਂ ਸ਼ੁਰੂ ਕਰਨਾ ਹੈ ਵੀ ਉਸ ਚੋਣਾਂ ਦੇ ਵਿੱਚ ਕੀ ਰਿਜ਼ਲਟ ਨਿਕਲੇ, ਉਹਨਾਂ ਚੋਣਾਂ ਤੋਂ ਬਾਅਦ ਕੀ ਹੋਇਆ, ਪੰਜਾਬੀ ਸੂਬਾ ਮੋਰਚਾ ਕਿਵੇਂ ਚੱਲਿਆ। ਇਹ ਅੱਜ ਇਤਿਹਾਸ ਦੀਆਂ ਵਿਚਾਰਾਂ ਅਸੀਂ ਆਪ ਜੀ ਨਾਲ ਕਰਾਂਗੇ। 17 ਜਨਵਰੀ 1960 ਨੂੰ ਗੁਰਦੁਆਰਾ ਚੋਣਾਂ ਹੋਈਆਂ। 19 ਜਨਵਰੀ 1960 ਨੂੰ ਗੁਰਦੁਆਰਾ ਚੋਣਾਂ ਦੇ ਸਾਰੇ ਨਤੀਜੇ ਨਿਕਲ ਆਏ। 140 ਸੀਟਾਂ ਦੀ ਚੋਣ ਹੋਈ, ਜਿਹਦੇ ਵਿੱਚੋਂ 137 ਸੀਟਾਂ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਹੋਈ। ਸਰਕਾਰੀ ਹਮਾਇਤ ਪ੍ਰਾਪਤ ਸਾਧ ਸੰਗਤ ਬੋਰਡ ਨੂੰ ਕੇਵਲ 3 ਸੀਟਾਂ ਮਿਲੀਆਂ, ਜਿਹੜੀ ਕਾਂਗਰਸ ਦੀ ਹਮਾਇਤ ਜਿਹਨੂੰ ਪ੍ਰਾਪਤ ਸੀ। ਦੇਸ਼ ਭਗਤ ਪਾਰਟੀ ਇੱਕ ਬਣੀ ਸੀ, ਉਹ ਤਾਂ ਬਿਲਕੁਲ ਸਫਾਇਆ ਹੋ ਗਿਆ, ਉਹਨੂੰ ਕੋਈ ਸੀਟ ਹੀ ਨਹੀਂ ਮਿਲੀ। ਇਹਨਾਂ ਚੋਣਾਂ ਨੂੰ ਜੇ ਅਸੀਂ
ਦੇਖਦੇ ਹਾਂ ਅਕਾਲੀ ਦਲ ਨੂੰ ਜਿਹੜੀਆਂ ਟੋਟਲ ਵੋਟਾਂ 11,44,299 ਵੋਟਾਂ ਪੋਲ ਹੋਈਆਂ ਸਨ। 68% 68% 7,79,118 ਵੋਟਾਂ ਅਕਾਲੀ ਦਲ ਦੇ ਹਿੱਸੇ ਵਿੱਚ ਆਈਆਂ। 22% ਵੋਟਾਂ 2,60,781 ਸਾਧ ਸੰਗਤ ਬੋਰਡ ਦੇ ਹਿੱਸੇ ਵਿੱਚ ਆਈਆਂ। ਤਕਰੀਬਨ 6% ਵੋਟਾਂ 75,000 ਦੇ ਲਗਭਗ, ਪੂਰੀ ਫਿਗਰ ਨਹੀਂ ਹੈ, 73,000 ਦੇ ਨੇੜੇ ਤੇੜੇ ਇਹ ਵੋਟਾਂ ਜਿਹੜੀਆਂ ਸੀ ਇਹ ਦੇਸ਼ ਭਗਤ ਪਾਰਟੀ ਜਿਹੜਾ ਉਹਦੇ ਹਿੱਸੇ ਵਿੱਚ ਪਈਆਂ। ਸਾਧ ਸੰਗਤ ਦੀਆਂ ਵੋਟਾਂ ਵਿੱਚੋਂ ਬਹੁਤ ਸਾਰੀਆਂ ਵੋਟਾਂ ਜਿਹੜੀਆਂ ਸੀ ਉਹ ਸਾਰੀਆਂ ਸਰਕਾਰੀ ਵੋਟਾਂ ਸਨ, ਜਾਂ ਕਾਂਗਰਸ ਪਾਰਟੀ ਜਿਨ੍ਹਾਂ ਨੂੰ ਹਮਾਇਤ ਕਰਦੀ ਸੀ ਜਾਂ ਉਹਨਾਂ ਦੇ ਹਮਾਇਤੀ ਜਿਹੜੇ ਸਨ, ਇਹ ਸਾਰੀਆਂ ਵੋਟਾਂ ਉਹਨਾਂ ਦੇ ਸਨ, ਜਾਂ ਕਾਂਗਰਸ ਵੱਲੋਂ ਉਸ ਵੇਲੇ ਦੀ ਸਰਕਾਰ ਵੱਲੋਂ ਧੱਕੇ ਨਾਲ ਪਵਾਈਆਂ ਹੋਈਆਂ ਵੋਟਾਂ ਸਨ ਜਿਹੜੀਆਂ ਉਸ ਵੇਲੇ ਪੈਂਦੀਆਂ। ਕਿਉਂਕਿ ਸਰਕਾਰਾਂ ਦਾ ਕੰਮ ਹੁੰਦਾ ਹੈ, ਜਿਹਦੀ ਮਾਈਟ ਇਜ਼ ਰਾਈਟ, ਜਿਸ ਦੀ ਲਾਠੀ ਉਸ ਦੀ ਭੈਂਸ, ਉਹ ਆਪਣੇ ਤਰੀਕੇ ਦੇ ਨਾਲ ਇਲੈਕਸ਼ਨਾਂ ਨੂੰ ਲੜਦੀ ਹੈ। ਗੁਰਦੁਆਰਾ ਇਲੈਕਸ਼ਨਾਂ ਦੇ ਵਿੱਚ ਵੀ ਬਿਲਕੁਲ ਇਹੋ ਢੰਗ ਤਰੀਕੇ ਵਰਤੇ ਜਾਂਦੇ ਹਨ, ਔਰ ਬੂਥਾਂ ਨੂੰ ਕੈਪਚਰ ਕਰਕੇ ਵੋਟਾਂ ਜਿਹੜੀਆਂ ਪਵਾ ਦਿੱਤੀਆਂ ਜਾਂਦੀਆਂ ਨੇ। ਅਕਾਲੀ ਦਲ ਨੇ ਇਸ ਜਿਹੜੀਆਂ ਚੋਣਾਂ ਲੜੀਆਂ ਸੀ ਗੁਰਦੁਆਰਾ ਚੋਣ ਦੀਆਂ, ਆਪ ਜੀ ਨੂੰ ਮੈਂ ਪਿਛਲੇ ਹਫ਼ਤੇ ਜ਼ਿਕਰ ਕੀਤਾ ਸੀ ਕਿ ਇਹ ਪੰਜਾਬੀ ਸੂਬੇ ਦੇ ਸਵਾਲ ਤੇ ਲੜੀਆਂ ਸੀ। ਇਸ ਕਰਕੇ ਹੁਣ ਕੀਤੇ ਵਾਅਦੇ ਮੁਤਾਬਕ ਹੀ 19 ਜਨਵਰੀ ਨੂੰ ਰਿਜ਼ਲਟ ਆਇਆ ਤੇ 24 ਜਨਵਰੀ ਨੂੰ 60 ਦਿਨ ਪੰਜਾਬੀ ਸੂਬੇ ਦੇ ਕਾਇਮੀ ਦੇ ਲਈ ਅਕਾਲੀ ਦਲ ਨੇ ਮੋਰਚੇ ਦਾ ਐਲਾਨ ਕਰ ਦਿੱਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 129 ਮੈਂਬਰਾਂ ਨੇ ਉਸੇ ਦਿਨ ਹੀ ਅਕਾਲ ਤਖਤ ਤੇ ਜਾ ਕੇ ਪ੍ਰਣ ਕੀਤਾ ਕਿ ਉਹ ਪੰਜਾਬੀ ਸੂਬੇ ਵਾਸਤੇ ਆਪਣੀ ਜਾਨਾਂ ਤੱਕ ਵਾਰ ਦੇਣਗੇ। ਇਹ ਸੀ ਕਿਰਦਾਰ ਉਸ ਵੇਲੇ ਕੁਝ ਆਗੂਆਂ ਦਾ, ਜਿਹੜੇ ਕੌਮ ਲਈ ਆਪਣੇ ਆਪ ਨੂੰ ਕੁਰਬਾਨ ਕਰ ਦਿੰਦੇ ਸਨ। ਅੱਜ ਗਿਰਾਵਟ ਆਉਣ ਦਾ ਕਾਰਨ ਸਾਡੇ ਉਹ ਜ਼ਿੰਦਗੀ ਜਾਂ ਕੌਮ ਲਈ ਉਹ ਪਿਆਰ ਨਾ ਹੋਣਾ ਹੈ, ਜਾਂ ਇਹ ਕਹਿ ਸਕਦੇ ਹਾਂ ਕਿ ਸਿਧਾਂਤ ਤੋਂ ਥਿੜਕ ਜਾਣਾ ਹੀ ਅੱਜ ਸਾਡੀ ਗਿਰਾਵਟ ਦਾ ਕਾਰਨ ਹੈ। ਤਾਂ ਜਦੋਂ ਉਹਨਾਂ ਨੇ ਪ੍ਰਣ ਕੀਤਾ ਉਸ ਵੇਲੇ ਅਕਾਲ ਤਖਤ ਤੇ ਤਕਰੀਬਨ 10,000 ਦੀ ਸਿੱਖਾਂ ਦੀ ਗਿਣਤੀ ਵੀ ਹਾਜ਼ਰ ਸੀ। ਨਾਲੋਂ ਨਾਲ ਹੀ ਦੂਜੇ ਪਾਸੇ ਜਿਹੜੇ ਸਰਕਾਰੀ ਸ਼ਹਿਰ ਦੇ ਤੁਰਦੇ ਹਨ ਉਹਨਾਂ ਨੇ ਦੀ ਵਿਰੋਧਤਾ ਵੀ ਸ਼ੁਰੂ ਕੀਤੀ। ਸਭ ਤੋਂ ਪਹਿਲਾਂ ਮਹਾਰਾਜਾ ਪਟਿਆਲੇ ਨੇ 3 ਫਰਵਰੀ 1960 ਨੂੰ ਪੰਜਾਬੀ ਸੂਬੇ ਲਈ ਵਿਰੋਧਤਾ ਦਾ ਬਿਆਨ ਦੇ ਦਿੱਤਾ। ਸਾਧ ਸੰਗਤ ਬੋਰਡ ਜਿਹੜਾ ਬਣਾਇਆ ਹੀ ਸਰਕਾਰ ਨੇ ਸੀ, ਉਹਨੇ ਗੁਰਦੁਆਰਿਆਂ ਵਿੱਚ ਸਿਆਸਤ ਦੀ ਇਹ ਕਹਿ ਕੇ ਵੀ ਇੱਕ ਸਿਆਸਤ ਗੁਰਦੁਆਰਿਆਂ ਦਾ ਦਖਲ ਸਿਆਸਤ ਵਿੱਚ ਹੈ, ਇਹਦਾ ਵੀ ਵਿਰੋਧ ਕੀਤਾ। ਕਿਉਂਕਿ ਸਾਧ ਸੰਗਤ ਬੋਰਡ ਦੀ ਮੀਟਿੰਗ 22 ਜਨਵਰੀ 1960 ਨੂੰ ਲੁਧਿਆਣੇ ਜੋਗਿਆਣਾ ਗਾਰਡਨ ਦੇ ਵਿੱਚ ਹੁੰਦੀ ਹੈ। ਉਹਦੇ ਵਿੱਚ ਗਿਆਨੀ ਪ੍ਰਤਾਪ ਸਿੰਘ ਰਾੜੇਵਾਲਾ, ਕੈਰੋਂ, ਕਰਤਾਰ ਸਿੰਘ ਜੀ, ਦਰਬਾਰਾ ਸਿੰਘ, ਜਨਰਲ ਮੋਹਨ ਸਿੰਘ, ਰਾਮਦਿਆਲ ਸਿੰਘ, ਗੋਪਾਲ ਸਿੰਘ ਖਾਲਸਾ, ਰਜਿੰਦਰ ਸਿੰਘ ਇਹ ਸ਼ਾਮਲ ਹੋਏ। ਇਹਨਾਂ ਨੇ ਅਕਾਲੀ ਦਲ ਦੀ ਡਟ ਕੇ ਵਿਰੋਧਤਾ ਕਰਨ ਦਾ ਫੈਸਲਾ ਜਿਹੜਾ ਸੀ ਇਸ ਮੀਟਿੰਗ ਦੇ ਵਿੱਚ ਕੀਤਾ। ਹਾਲਾਂਕਿ ਇਹ ਚੋਣਾਂ ਹਾਰ ਚੁੱਕੇ ਸੀ। ਕਾਂਗਰਸ ਸਰਕਾਰ ਨੇ ਵੀ ਅਕਾਲੀ ਦਲ ਦੀ ਇਸ ਮੰਗ ਦਾ ਵਿਰੋਧ ਕਰਨਾ ਹੀ ਸੀ, ਕਿਉਂਕਿ ਸਰਕਾਰਾਂ ਤਾਂ ਪਹਿਲਾਂ ਹੀ ਸਿੱਖਾਂ ਦੇ ਖਿਲਾਫ ਕੰਮ ਕਰਦੀਆਂ ਤੁਰੀਆਂ ਆਉਂਦੀਆਂ ਹਨ। ਪੰਜਾਬੀ ਦੀ ਬੋਲੀ ਦੇ ਮਸਲੇ ਬਾਰੇ ਇੱਕ 26 ਮੈਂਬਰੀ ਕਮੇਟੀ ਬਣਾਈ ਗਈ ਸਰਕਾਰ ਵੱਲੋਂ। 7 ਮਾਰਚ 1960 ਨੂੰ ਸ਼੍ਰੋਮਣੀ ਕਮੇਟੀ ਤੇ ਫਿਰ 15 ਮਾਰਚ ਨੂੰ ਅਕਾਲੀ ਦਲ ਨੇ ਵੀ ਇਸ ਕਮੇਟੀ ਦੀ ਵਿਰੋਧਤਾ ਕੀਤੀ ਕਿ ਕਮੇਟੀਆਂ ਚ ਹੁਣ ਕੁਝ ਨਹੀਂ ਮਿਲਣਾ। ਇਹ ਕਮੇਟੀਆਂ ਅੱਗੇ ਬਹੁਤ ਬਣ ਚੁੱਕੀਆਂ ਹਨ, ਹਰ ਵਾਰੀ ਕਮੇਟੀਆਂ ਬਣਾ ਕੇ ਸਾਨੂੰ ਟਾਲ ਦਿੱਤਾ ਜਾਂਦਾ ਹੈ। ਇਹਨਾਂ ਕਮੇਟੀਆਂ ਨੇ ਹਮੇਸ਼ਾ ਹੀ ਸਾਡੇ ਖਿਲਾਫ ਫੈਸਲੇ ਕੀਤੇ ਹਨ। ਸਮੇਂ ਦੀ ਬਰਬਾਦੀ ਔਰ ਸਾਡੀ ਇੱਜ਼ਤ ਨੂੰ ਰੋਲਣ ਦਾ ਕੰਮ ਕਮੇਟੀਆਂ ਜਿਹੜੀਆਂ ਕਰ ਰਹੀਆਂ ਹਨ, ਇਸ ਵਾਸਤੇ ਉਹਨਾਂ ਨੇ ਦਾ ਵਿਰੋਧ ਕੀਤਾ। ਤੇ ਇਸੇ ਦਿਨ ਹੀ 15 ਮਾਰਚ ਨੂੰ ਮਾਸਟਰ ਤਾਰਾ ਸਿੰਘ ਜੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣ ਗਏ, ਦੁਬਾਰਾ ਚੁਣ ਲਿਆ ਗਿਆ। ਕਿਉਂਕਿ ਉਹਨਾਂ ਦੀ ਪਾਰਟੀ ਜਿਨ੍ਹਾਂ ਨੇ ਇੱਕ ਪੰਜਾਬੀ ਸੂਬੇ ਦੇ ਨਾਂ ਤੇ ਮੋਰਚਾ ਦੇ ਨਾਂ ਤੇ ਇਲੈਕਸ਼ਨ ਲੜੀ ਸੀ, ਉਹ 137 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਆਈ ਸੀ। ਉਹਨਾਂ ਨੇ ਮਾਸਟਰ ਤਾਰਾ ਸਿੰਘ ਨੂੰ ਦੁਬਾਰਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਜਿਹੜਾ ਸੀ ਚੁਣਿਆ। 8 ਦਿਨਾਂ ਬਾਅਦ ਹੀ 15 ਮਾਰਚ 1960 ਨੂੰ ਅਕਾਲੀ ਦਲ ਦੀ ਇੱਕ ਵਰਕਿੰਗ ਕਮੇਟੀ ਦੀ ਮੀਟਿੰਗ ਹੁੰਦੀ ਹੈ, ਜਿਸ ਵਿੱਚ ਗੁਰਦੁਆਰਿਆਂ ਵਿੱਚ ਸਰਕਾਰੀ ਦਖਲ ਜਾਂ ਜਿਹੜਾ ਪਹਿਲਾਂ ਰੀਜਨਲ ਫਾਰਮੂਲਾ ਬਣਿਆ ਸੀ ਉੱਤੇ ਅਮਲ ਨਾ ਕਰਨਾ, ਜਾਂ ਉਹਨੂੰ ਮੁਰਦਾ ਕਰ ਦੇਣਾ, ਜਾਂ ਉਸ ਨੂੰ ਬਿਲਕੁਲ ਹੀ ਜ਼ੀਰੋ ਕਰ ਦੇਣਾ, ਪੰਜਾਬੀ ਸੂਬੇ ਦੀ ਵਿਰੋਧਤਾ ਕਰਨਾ,
ਵਾਲਿਆਂ ਦਾ ਤੇ 26 ਮੈਂਬਰੀ ਕਮੇਟੀ ਬਣਾ ਕੇ ਬੋਲੀ ਬਾਰੇ ਨਵਾਂ ਮਸਲਾ, ਨਵਾਂ ਵਿਵਾਦ ਖੜਾ ਕਰਨ ਦਾ ਇਹ ਮੀਟਿੰਗ ਵਿੱਚ ਬੜੀ ਘੋੜ ਨਿੰਦਾ ਜਿਹੜੀ ਸੀ ਉਸ ਕੀਤੀ ਗਈ, ਜਿਹੜੀ 8 ਦਿਨਾਂ ਬਾਅਦ 15 ਮਾਰਚ 1960 ਨੂੰ ਜਿਹੜੀ ਮੀਟਿੰਗ ਹੋਈ ਮਾਸਟਰ ਤਾਰਾ ਸਿੰਘ ਦੇ ਪ੍ਰਧਾਨ ਬਣਨ ਤੋਂ ਬਾਅਦ। ਇਸ ਮੀਟਿੰਗ 'ਚ ਜਿਹੜੇ ਅਕਾਲੀ ਐਮਐਲਏ ਸੀ, ਜਿਹਨਾਂ ਕਿਉਂਕਿ ਪਹਿਲਾਂ ਅਕਾਲੀ ਦਲ ਤੇ ਕਾਂਗਰਸ ਦਾ ਰਲੇਵਾਂ ਹੋ ਗਿਆ ਸੀ, ਆਪ ਜੀ ਨੂੰ ਮੈਂ ਪਿੱਛੇ ਇਤਿਹਾਸ ਸੁਣਾ ਚੁੱਕਾ ਹਾਂ, ਉਹਨਾਂ ਨੂੰ ਕਾਂਗਰਸ ਵਿੱਚੋਂ ਬਾਹਰ ਆਉਣ ਦਾ ਹੁਕਮ ਜਿਹੜਾ ਸੀ ਕਰ ਦਿੱਤਾ ਗਿਆ। 19 ਸਾਬਕਾ ਅਕਾਲੀਆਂ ਚੋਂ ਸਿਰਫ 5, ਇੱਕ ਸਰਦਾਰ ਆਤਮਾ ਸਿੰਘ ਜੀ ਜੋ ਸੁਲਤਾਨਪੁਰ ਦੇ ਸਨ, ਹਰਗੁਰ ਅਨਾਥ ਸਿੰਘ ਜੀ, ਊਧਮ ਸਿੰਘ ਭਾਰ ਸਿੰਘਪੁਰਾ ਵਾਲੇ, ਸਰੂਪ ਸਿੰਘ ਜੀ ਅਤੇ ਮਾਸਟਰ ਪ੍ਰਤਾਪ ਸਿੰਘ ਨੇ ਹੀ ਅਮਲ ਕੀਤਾ। ਬਾਕੀਆਂ ਨੇ ਆਪਣੇ ਇਹ ਗੱਲ ਨਹੀਂ ਮੰਨੀ। 19 ਵਿੱਚੋਂ 5 ਬੰਦੇ ਹੀ ਸਿਰਫ ਕਾਂਗਰਸ ਨੂੰ ਛੱਡ ਕੇ ਆ ਗਏ। ਉਂਝ ਵੈਸੇ ਜੇ ਧੰਨਾ ਸਿੰਘ ਗੁਲਸ਼ਨ, ਤੇ ਜੁਗਰਾਜ ਸਿੰਘ ਜੀ ਅਤੇ ਬਾਦਲ ਵੀ, ਪ੍ਰਕਾਸ਼ ਸਿੰਘ ਬਾਦਲ ਵੀ ਉਦੋਂ ਜਿਉਂਦਿਆਂ 'ਚ ਆ ਗਿਆ ਸੀ ਤੇ ਅਕਾਲੀ ਦਲ ਦਾ ਵੈਸੇ ਹਮਾਇਤ ਵਿੱਚ ਸੀ, ਅੰਦਰ ਬੈਠ ਕੇ ਵੀ ਕਰਦੇ ਰਹੇ, ਪਰ ਕਾਫੀ ਦੇਰ ਤੱਕ ਇਹਨਾਂ ਨੇ ਕਾਂਗਰਸ ਨੂੰ ਛੱਡਿਆ ਨਹੀਂ ਔਰ ਕਾਂਗਰਸ ਦੇ ਉੱਤੇ ਟਿਕਟਾਂ ਜਿਹੜੇ ਇਲੈਕਸ਼ਨਾਂ ਵੀ ਲੜਦੇ ਰਹੇ। ਹਾਂ, ਜਿਹੜੀ ਇੱਕ ਸੁਤੰਤਰ ਪਾਰਟੀ ਬਣੀ ਸੀ, ਉਹਦੀ ਇੱਕ ਜਗਦੀਸ਼ ਕੌਰ ਜਿਹੜੀ ਸੀ, ਉਹਨੇ ਅਕਾਲੀ ਦਲ ਦੇ ਵਿੱਚ ਆਪਣੇ ਆਪ ਨੂੰ ਸ਼ਾਮਲ ਕਰ ਲਿਆ। ਅਕਾਲੀ ਦਲ ਨੇ ਪੰਜਾਬੀ ਸੂਬੇ ਦਾ ਮੋਰਚਾ ਲਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ। ਸਭ ਤੋਂ ਪਹਿਲਾਂ ਪੰਜਾਬੀ ਸੂਬਾ ਕਨਵੈਨਸ਼ਨ ਜਿਹੜੀ ਹੈ ਉਹ ਬੁਲਾਈ ਗਈ। ਉਹ 30 ਅਪ੍ਰੈਲ 30th of April 1960 ਮਾਸਟਰ ਤਾਰਾ ਸਿੰਘ ਦਾ ਜਨਮ ਦਿਨ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੀ ਪ੍ਰਧਾਨਗੀ ਤੋਂ ਉਹਨਾਂ ਨੇ ਮਾਫ ਕਰਨਾ ਜੀ 30 ਅਪ੍ਰੈਲ 1960 ਨੂੰ ਮਾਸਟਰ ਤਾਰਾ ਸਿੰਘ ਜੀ ਨੇ ਸ਼੍ਰੋਮਣੀ ਕਮੇਟੀ ਦੀ, ਮੈਂ ਜਨਮ ਦਿਨ ਲਫ਼ਜ਼ ਬੋਲਿਆ, ਜਨਮ ਦਿਨ ਉਸ ਦਿਨ ਨਹੀਂ ਸੀ, ਸਿਰਫ ਮੇਰੀ ਜ਼ੁਬਾਨ ਤੋਂ ਨਿਕਲ ਗਿਆ। ਮਾਸਟਰ ਤਾਰਾ ਸਿੰਘ ਜੀ ਨੇ ਉਸੇ ਦਿਨ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ, ਇਸ ਵਾਸਤੇ ਕਿ ਉਹ ਸਾਰਾ ਆਪਣਾ ਸਮਾਂ ਹੁਣ ਪੰਜਾਬੀ ਸੂਬੇ ਦੀ ਮੋਰਚੇ ਦੇ ਵੱਲ ਆਪਣਾ ਲਾਉਣਾ ਚਾਹੁੰਦੇ ਹਨ, ਕਿਉਂਕਿ 2 ਕੰਮ ਇਕੱਠੇ ਕਰਨੇ ਬੜੇ ਔਖੇ ਨੇ। ਇਸ ਵਾਸਤੇ ਉਹਨਾਂ ਨੇ ਇਹ ਅਸਤੀਫਾ ਦੇ ਦਿੱਤਾ ਤੇ 5 ਮਈ ਦੇ ਦਿਨ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਪੰਜਾਬੀ ਸੂਬੇ ਦੀ ਮੁਹਿੰਮ ਦੇ ਸੰਬੰਧ ਵਿੱਚ ਅੰਮ੍ਰਿਤਸਰ ਦੇ ਵਿੱਚ ਇੱਕ ਪੰਜਾਬੀ ਸੂਬਾ ਕਨਵੈਨਸ਼ਨ ਬਣਾਉਣ ਦਾ ਐਲਾਨ ਕੀਤਾ, ਜਿਹੜੀ 22 ਮਈ 1960 ਨੂੰ ਬੁਲਾਈ ਜਾਣੀ ਸੀ। ਇਸ ਕਨਵੈਨਸ਼ਨ ਵਿੱਚ ਡਾਕਟਰ ਸੈਫੁਦੀਨ ਕਿਚਲੂ ਤੇ ਬਹੁਤ ਸਾਰੇ ਹਿੰਦੂ ਤੇ ਮੁਸਲਮਾਨ ਆਗੂ ਵੀ ਸ਼ਾਮਿਲ ਹੁੰਦੇ ਹਨ, ਜਿਹੜੀ 22 ਮਈ 1960 ਦੀ ਕਨਵੈਨਸ਼ਨ ਹੁੰਦੀ ਹੈ। 20,000 ਤੋਂ ਵੱਧ ਅਕਾਲੀ ਸਰਗਰਮ ਵਰਕਰ ਵੀ ਇਹਦੇ ਵਿੱਚ ਸ਼ਾਮਿਲ ਹੋਏ। ਇਸ ਕਨਵੈਨਸ਼ਨ ਨੇ ਪੰਜਾਬੀ ਸੂਬੇ ਦੇ ਹੱਕ ਵਿੱਚ ਮਤਾ ਪਾਸ ਕੀਤਾ ਔਰ ਇਹ ਮਤਾ ਕਨਵੈਨਸ਼ਨ ਦੇ ਪ੍ਰਧਾਨ ਪੰਡਿਤ ਸੁੰਦਰ ਦਾਸ ਨੇ ਪੇਸ਼ ਕੀਤਾ, ਜਿਹਦੇ ਸ਼ਬਦ ਜਿਹੜੇ ਹਨ ਉਹ ਮੈਂ ਇਨ-ਬਿਨ ਹੀ ਆਪ ਜੀ ਦੇ ਨਾਲ ਸਾਂਝਾ ਕਰਾਂਗਾ, ਕਿਉਂਕਿ ਮਤੇ ਦੀ ਕਾਪੀ, ਮਤੇ ਦੇ ਮੈਟਰ ਮੇਰੇ ਕੋਲ ਹੈ, ਇਸ ਵਾਸਤੇ ਮੈਂ ਆਪ ਜੀ ਨਾਲ ਸਾਂਝਾ ਕਰ ਰਿਹਾ ਹਾਂ। ਮਤੇ ਦੇ ਲਫ਼ਜ਼ ਹਨ, ਜਮਹੂਰੀ ਢਾਂਚੇ ਵਿੱਚ ਜਨਤਾ ਦੀ ਹਰ ਪ੍ਰਕਾਰ ਦੀ ਆਜ਼ਾਦੀ ਤੇ ਉਸ ਦੀ ਕਲਚਰਲ ਅਤੇ ਵਿਦਿਅਕ ਉੱਨਤੀ ਨੂੰ ਮੁੱਢਲਾ ਅਸੂਲ ਮੰਨਿਆ ਜਾਂਦਾ ਹੈ। ਇਹ ਭਾਸ਼ਾਈ ਰਿਆਸਤਾਂ ਦਾ ਅਸੂਲ ਇੱਥੇ ਰੂਸ ਅਤੇ ਹੋਰ ਦੇਸ਼ਾਂ ਵਿੱਚ ਅਪਣਾਇਆ ਗਿਆ ਹੈ, ਜਿੱਥੇ ਜ਼ਬਾਨ ਦੇ ਪੱਖ ਅਤੇ ਕਲਚਰ ਤੇ ਰਵਾਇਤਾਂ ਦੀ ਬਣਾ ਤੇ ਬਹੁਤ ਸਾਰੀਆਂ ਬੋਲੀਆਂ ਦੇ ਖਿੱਤੇ ਹਨ। ਨੈਸ਼ਨਲ ਕਾਂਗਰਸ ਤੇ ਕਾਂਗਰਸ ਸਰਕਾਰ ਨੇ ਸਿਰਫ ਇਸ ਅਸੂਲ ਨੂੰ ਮਨਜ਼ੂਰ ਹੀ ਨਹੀਂ ਕੀਤਾ, ਸਗੋਂ ਆਜ਼ਾਦੀ ਹਾਸਲ ਕਰਨ ਪਿੱਛੋਂ ਬੋਲੀ ਦੀ ਬਣਾ ਤੇ ਰਿਆਸਤਾਂ ਕਾਇਮ ਵੀ ਕੀਤੀਆਂ ਹਨ। ਭਾਰਤ ਦੇ ਵਿਸ਼ਾਲ ਦੇਸ਼ ਵਿੱਚ ਪੰਜਾਬ ਨੂੰ ਭਾਰਤ ਦੀਆਂ 14 ਇਲਾਕਾਈ ਬੋਲੀਆਂ, ਪੰਜਾਬੀ ਨੂੰ ਭਾਰਤ ਦੀਆਂ 14 ਇਲਾਕਾਈ ਬੋਲੀਆਂ ਵਿੱਚੋਂ ਇੱਕ ਮੰਨਿਆ ਗਿਆ ਹੈ। ਇਸ ਹਾਲਤ ਵਿੱਚ ਪੰਜਾਬੀ ਸੂਬੇ ਨੂੰ ਨਾ ਬਣਾਉਣਾ ਬਿਲਕੁਲ ਬੇਇਨਸਾਫੀ ਹੈ। ਇਹ ਪੰਜਾਬੀ ਬੋਲੀ ਦਾ ਸੂਬਾ, ਜਿਵੇਂ ਕਿ ਗਲਤ ਤੌਰ ਤੇ ਦੋਸ਼ ਲਾਇਆ ਜਾਂਦਾ ਹੈ ਕਿ ਫਿਰਕਾਦਾਰਾਨਾ ਆਧਾਰ ਤੇ ਨਹੀਂ ਹੋਏਗਾ, ਸਗੋਂ ਇਹ ਇੱਕ ਭਾਸ਼ਾ ਦਾ ਕਲਚਰ ਰਿਆਸਤ ਹੋਵੇਗੀ। ਗਲਤ ਤੌਰ ਤੇ ਇਹ ਦੋਸ਼ ਲਾਇਆ ਜਾ ਰਿਹਾ ਹੈ ਕਿ ਜੇ ਇਹ ਅਜਿਹੀ ਰਿਆਸਤ ਕਾਇਮ ਹੋ ਗਈ ਤਾਂ ਉਸ ਵਿੱਚ ਬਹੁ ਗਿਣਤੀ ਸਿੱਖਾਂ ਦੀ ਹੋਏਗੀ, ਇਸ ਲਈ ਇਸ ਦੇ ਬਣਾਉਣ ਦੀ ਹੌਸਲਾ ਅਫਜ਼ਾਈ ਨਹੀਂ ਹੋਣੀ ਚਾਹੀਦੀ। ਇਹ ਦਲੀਲ ਗਲਤ ਹੈ ਅਤੇ ਇਸ ਵਿੱਚ ਕੋਈ ਵਜ਼ਨ ਨਹੀਂ, ਕਿਉਂਕਿ ਹੁਣ ਤੱਕ ਬੋਲੀ ਦੀ ਬਣਾ ਤੇ ਜੋ ਰਿਆਸਤਾਂ ਕਾਇਮ ਹੋ ਚੁੱਕੀਆਂ ਹਨ, ਉਹਨਾਂ ਵਿੱਚ ਤਕੜੀਆਂ ਘੱਟ ਗਿਣਤੀਆਂ ਮੌਜੂਦ ਹਨ। ਅਸੀਂ ਭਾਰਤ ਫੈਡਰੇਸ਼ਨ ਦੇ ਅੰਦਰ ਹੀ ਪੰਜਾਬੀ ਸੂਬੇ ਦੀ ਕਾਇਮੀ ਦੀ ਮੰਗ ਕਰ ਰਹੇ ਹਾਂ ਅਤੇ ਇੱਕ ਆਜ਼ਾਦ ਹੋਂਦ ਵੱਖਰਾ ਦੇਸ਼ ਨਹੀਂ ਚਾਹੁੰਦੇ। ਪੰਜਾਬੀ ਸੂਬੇ ਵਿੱਚ ਵੀ ਸਾਰੀਆਂ ਘੱਟ ਗਿਣਤੀਆਂ ਦੀ ਇਦਾਂ ਹੀ ਰੱਖਿਆ ਹੋਏਗੀ
ਜਿੱਦਾਂ ਕਿ ਭਾਰਤ ਦੀਆਂ ਦੂਜੀਆਂ ਰਿਆਸਤਾਂ ਵਿੱਚ ਹੁੰਦੀ ਹੈ। ਅੰਮ੍ਰਿਤਸਰ ਦੀ ਇਹ ਪੰਜਾਬੀ ਸੂਬਾ ਕਨਵੈਨਸ਼ਨ ਐਲਾਨ ਕਰਦੀ ਹੈ ਕਿ ਪੰਜਾਬੀ ਸੂਬੇ ਵਿੱਚ ਸਾਰੀਆਂ ਘੱਟ ਗਿਣਤੀਆਂ ਨਾਲ ਜ਼ਾਤ, ਤਬਕਾ ਜਾਂ ਗਰੁੱਪ ਦੇ ਵਿਤਕਰੇ ਤੋਂ ਬਿਨਾਂ ਇੱਕੋ ਜਿਹਾ ਸਲੂਕ ਕੀਤਾ ਜਾਏਗਾ। ਪੰਜਾਬੀ ਬੋਲਣ ਵਾਲੇ ਕੁਝ ਲੋਕਾਂ ਵਿੱਚ ਜਿਹੜੀ ਹੁਣੇ ਜਿਹੇ ਇਹ ਰੁਚੀ ਪੈਦਾ ਹੋ ਗਈ ਹੈ ਕਿ ਉਹ ਆਪਣੀ ਮਾਂ ਬੋਲੀ ਨੂੰ ਮੰਨਣ ਤੋਂ ਇਨਕਾਰ ਕਰ ਰਹੇ ਹਨ, ਨੂੰ ਦੇਖ ਕੇ ਇਹ ਕਨਵੈਨਸ਼ਨ ਦੁੱਖ ਜ਼ਾਹਰ ਕਰਦੀ ਹੈ, ਜਦੋਂ ਕਿ ਆਪਣੇ ਘਰਾਂ ਵਿੱਚ ਜੰਮਣ ਤੋਂ ਮਰਨ ਤੱਕ ਸਿਰਫ ਪੰਜਾਬੀ ਬੋਲਦੇ ਹਨ। ਇਹ ਜਾਂ ਤਾਂ ਝੂਠੇ ਸੰਕਲਪ ਕਰਕੇ ਹੈ ਜਾਂ ਫਿਰ ਗਲਤ ਪ੍ਰਾਪੇਗੰਡਾ ਕਰਕੇ ਹੈ। ਸੋ ਇਹ ਕਨਵੈਨਸ਼ਨ ਕੌਮ ਤੇ ਭਾਰਤ ਸਰਕਾਰ ਨੂੰ ਅਪੀਲ ਕਰਦੀ ਹੈ ਕਿ ਉਹ ਪੰਜਾਬੀ ਸੂਬੇ ਦੀ ਕਾਇਮੀ ਵਿੱਚ ਹੋਰ ਦੇਰੀ ਨਾ ਕਰੇ, ਜਦਕਿ ਬੋਲੀ ਦੇ ਆਧਾਰ ਤੇ ਹੋਰ ਰਿਆਸਤਾਂ ਕਾਇਮ ਹੋ ਚੁੱਕੀਆਂ ਹਨ। ਇਹ ਕਨਵੈਨਸ਼ਨ ਹੋਰ ਸਿਫਾਰਿਸ਼ ਕਰਦੀ ਹੈ ਕਿ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਅਹਿੰਸਕ, ਸ਼ਾਂਤਮਈ ਦੇ ਤਰੀਕੇ ਹੀ ਵਰਤੇ ਜਾਣ। ਕਨਵੈਨਸ਼ਨ ਇਹ ਵੀ ਸਿਫਾਰਿਸ਼ ਕਰਦੀ ਹੈ ਕਿ ਪੰਜਾਬੀ ਸੂਬੇ ਦੀ ਫੌਰੀ ਕਾਇਮੀ ਦੀ ਮੰਗ ਦੇ ਸੰਬੰਧ ਵਿੱਚ ਇੱਕ ਮੈਮੋਰੈਂਡਮ ਭਾਰਤ ਸਰਕਾਰ ਨੂੰ ਘੱਲਿਆ ਜਾਵੇ। ਇਸ ਤਰ੍ਹਾਂ ਇਹ ਕਨਵੈਨਸ਼ਨ ਪੰਜਾਬੀ ਬੋਲਣ ਵਾਲੇ ਸਾਰੇ ਲੋਕਾਂ ਨੂੰ ਅਪੀਲ ਕਰਦੀ ਹੈ ਕਿ ਉਹ 12 ਜੂਨ ਦੇ ਦਿੱਲੀ ਦੇ ਸ਼ਾਂਤਮਈ ਜਲੂਸ ਵਿੱਚ ਸ਼ਾਮਲ ਹੋਣ। ਇਸ ਕਿਸੇ ਪ੍ਰਕਾਰ ਦੀ ਭੜਕਾਹਟ ਦੇ ਬਾਵਜੂਦ ਵੀ ਰਿਆਸਤ ਵਿੱਚ ਸ਼ਾਂਤੀ ਬਣਾਈ ਰੱਖਣ। ਇਹ ਕਨਵੈਨਸ਼ਨ ਵਿਸ਼ਾਲ ਹਿਮਾਚਲ ਪ੍ਰਦੇਸ਼ ਤੇ ਵਿਸ਼ਾਲ ਹਰਿਆਣਾ ਦੀਆਂ ਮੰਗਾਂ ਦੀ ਵੀ ਹਮਾਇਤ ਕਰਦੀ ਹੈ। ਤੋ ਇਹ ਮਤਾ ਪਾਸ ਜਿਹੜਾ ਸੀ ਮਈ ਦੀ ਕਨਵੈਨਸ਼ਨ ਦੇ ਵਿੱਚ ਅਕਾਲੀ ਦਲ ਦੇ ਜਿਹੜੀ ਕੀਤੀ ਉਹਦੇ 'ਚ ਪਾਸ ਕੀਤਾ ਗਿਆ। ਜਦੋਂ ਇਹ ਮਤਾ ਪਾਸ ਹੋਇਆ, ਹਾਲਾਂਕਿ ਇਸ ਕਨਵੈਨਸ਼ਨ ਵਿੱਚ ਪੰਜਾਬੀ ਸੂਬੇ ਬਾਰੇ ਮੋਰਚਾ ਲਾਉਣ ਦਾ ਕਿਤੇ ਜ਼ਿਕਰ ਨਹੀਂ ਮਿਲਦਾ। ਜਦੋਂ ਅਸੀਂ ਇਹ ਮਤਾ ਸਾਰਾ ਪੜ੍ਹਿਆ, ਅਕਾਲੀ ਦਲ ਨੇ 'ਚ ਸਿਰਫ ਐਲਾਨ ਹੀ ਕੀਤਾ ਸੀ ਕਿ ਪੰਜਾਬੀ ਸੂਬੇ ਦੇ ਸੰਬੰਧ ਵਿੱਚ ਲੋਕਾਂ ਨੂੰ ਜਾਣਕਾਰੀ ਦੇਣ ਵਾਸਤੇ ਪ੍ਰਚਾਰ ਕੀਤਾ ਜਾਏ। ਇਸ ਸੰਬੰਧੀ ਦਿੱਲੀ ਦੇ ਵਿੱਚ ਇੱਕ ਜਲੂਸ ਕੱਢਿਆ ਜਾਏ, ਜਿਹੜਾ 12 ਜੂਨ 1960 ਨੂੰ ਕੱਢਿਆ ਜਾਣਾ ਸੀ। ਇਸ ਜਲੂਸ ਦੇ ਵਿੱਚ ਪੰਜਾਬੀ ਸੂਬੇ ਦੇ ਹੱਕ ਵਿੱਚ ਇੱਕ ਲਾਮਬੰਦੀ ਕਰਨ ਦੇ ਲਈ ਜਿਹੜਾ ਜਲੂਸ ਕੱਢਿਆ ਜਾਣਾ ਸੀ, ਉਹਦੇ ਸ਼ਾਮਲ ਹੋਣ ਲਈ ਮਾਸਟਰ ਤਾਰਾ ਸਿੰਘ ਜੀ ਨੇ ਆਪਣੇ 29 ਮਈ 1960 ਨੂੰ ਅਕਾਲ ਤਖਤ ਸਾਹਿਬ ਤੋਂ 11 ਸਿੱਖਾਂ ਦਾ ਇੱਕ ਜੱਥਾ ਲੈ ਕੇ ਜਾਣਾ ਸੀ। ਇਸ ਜੱਥੇ ਨੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਹੋ ਕੇ 12 ਜੂਨ ਨੂੰ ਦਿੱਲੀ ਪਹੁੰਚ ਕੇ ਉਸ ਜਲੂਸ ਦੀ ਅਗਵਾਈ ਕਰਨੀ ਸੀ। ਇਹ ਮਾਸਟਰ ਤਾਰਾ ਸਿੰਘ ਜੀ ਨੇ ਇੱਕ ਬਿਉਂਤ ਬਣਾਈ ਵੀ ਅਸੀਂ 10 ਦਿਨ ਪਹਿਲਾਂ 11-12 ਦਿਨ ਪਹਿਲਾਂ ਚੱਲਾਂਗੇ, ਅਕਾਲ ਤਖਤ ਸਾਹਿਬ ਤੇ ਅਸੀਂ ਅਰਦਾਸ ਕਰਕੇ ਚੱਲਾਂਗੇ, ਨਾਲ ਸਾਡੇ 11 ਮੈਂਬਰ ਹੋਰ ਹੋਣਗੇ, ਪਰ ਅਸੀਂ ਸਾਰੇ ਪੰਜਾਬ ਦੇ ਵਿੱਚ ਪੰਜਾਬੀ ਸੂਬੇ ਦੇ ਹੱਕ ਦੇ ਵਿੱਚ ਲਾਮਬੰਦੀ ਦੇ ਲਈ ਪ੍ਰਚਾਰ ਕਰਾਂਗੇ। ਤੇ ਜਿਹੜਾ ਦਿੱਲੀ 12 ਜੂਨ ਨੂੰ ਦਿੱਲੀ ਜਲੂਸ ਰੱਖਿਆ ਗਿਆ ਹੈ ਪੰਜਾਬੀ ਸੂਬੇ ਦੀ ਕਾਇਮੀ ਦੇ ਲਈ ਜਾਂ ਪੰਜਾਬੀ ਸੂਬੇ ਦੇ ਹੱਕ ਵਿੱਚ ਲਾਮਬੰਦੀ ਕਰਨ ਦੇ ਲਈ, ਉਦੋਂ ਅਸੀਂ ਉਹਦੇ ਵਿੱਚ ਜਾ ਕੇ ਉੱਥੇ ਸ਼ਾਮਲ ਹੋ ਜਾਵਾਂਗੇ। ਤੇ ਉਹਦੀ ਅਗਵਾਈ ਵੀ ਮਾਸਟਰ ਤਾਰਾ ਸਿੰਘ ਨੇ ਹੀ ਕਰਨੀ ਸੀ। ਇਹ ਉਹਨਾਂ ਦੀ ਪਲੈਨਿੰਗ ਸੀ ਮਾਸਟਰ ਤਾਰਾ ਸਿੰਘ ਜੀ ਦੀ, ਜਿਹੜੀ ਉਹਨਾਂ ਨੇ ਕੀਤੀ। ਪਰ ਪੰਜਾਬ ਦੇ ਵਿੱਚ ਕਿਉਂਕਿ ਪ੍ਰਤਾਪ ਸਿੰਘ ਕੈਰੋ ਦੀ ਸਰਕਾਰ ਸੀ, ਔਰ ਸਰਕਾਰ ਕੈਰੋ ਜਿਹੜਾ ਸੀ ਨਹਿਰੂ ਦਾ ਖਾਸ ਜਵਾਹਰ ਲਾਲ ਨਹਿਰੂ ਦਾ ਖਾਸ ਚੀਫ ਮਿਨਿਸਟਰ ਸੀ। ਨਹਿਰੂ ਨੂੰ ਖੁਸ਼ ਕਰਨ ਦੇ ਲਈ ਉਹਨੇ ਕੋਈ ਨਾ ਕੋਈ ਐਕਸ਼ਨ ਕਰਕੇ ਦਿਖਾਉਣਾ ਚਾਹੁੰਦਾ ਸੀ ਵੀ ਕੋਈ ਨਾ ਕੋਈ ਐਕਸ਼ਨ ਕਰਾਂ, ਆਪਣੇ ਆਕਾ ਨੂੰ ਖੁਸ਼ ਕਿਵੇਂ ਕਰੀਦਾ ਹੈ। ਇਸ ਕਰਕੇ ਉਹਨੇ 24 ਤੇ 25 ਮਈ ਦੀ ਵਿਚਕਾਰਲੀ ਰਾਤ ਨੂੰ ਤਕਰੀਬਨ 10 ਤੋਂ 11 ਵਜੇ ਦੇ ਵਿੱਚ ਇੱਕ ਬਹੁਤ ਵੱਡੀ ਪੁਲਿਸ ਭੇਜ ਕੇ ਮਾਸਟਰ ਤਾਰਾ ਸਿੰਘ ਦੇ ਘਰ ਨੂੰ ਘੇਰ ਲਿਆ ਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਰਾਤੋਂ ਰਾਤ ਧਰਮਸ਼ਾਲਾ ਜੇਲ੍ਹ 'ਚ ਜਾ ਕੇ ਬੰਦ ਕਰ ਦਿੱਤਾ। ਇਹ ਅਨਿਆਂ ਹੈ, ਇਹ ਜ਼ਬਰਦਸਤੀ ਹੁੰਦੀ ਹੈ ਜਿਹੜੀਆਂ ਸਰਕਾਰਾਂ ਕਰਦੀਆਂ ਨੇ। ਅਸੀਂ ਤਾਂ ਆਪਣੇ ਅੱਖਾਂ ਨਾਲ ਸਾਰਾ ਕੁਝ ਵੇਖਿਆ। ਜਦੋਂ ਅਸੀਂ ਇਹਨਾਂ ਮੋਰਚਿਆਂ ਧਰਮਯੁੱਧ ਮੋਰਚੇ ਲੱਗੇ ਜਾਂ ਉਸ ਤੋਂ ਬਾਅਦ ਜਿਹਨਾਂ ਦਾ ਜ਼ਿਕਰ ਆਏਗਾ, ਕਿਵੇਂ ਸਰਕਾਰਾਂ ਰਾਤੋਂ ਰਾਤ ਚੁੱਕ ਕੇ ਲੈ ਜਾਂਦੀਆਂ ਨੇ ਬੰਦਿਆਂ ਨੂੰ, ਜਿਨ੍ਹਾਂ ਦਾ ਕੋਈ ਕਸੂਰ ਨਹੀਂ ਹੁੰਦਾ, ਉਹ ਵੀ ਜੇਲ੍ਹਾਂ ਵਿੱਚ ਬੰਦ ਕਰ ਦਿੱਤੇ ਜਾਂਦੇ ਹਨ। ਮਾਸਟਰ ਤਾਰਾ ਸਿੰਘ ਦੀ ਗ੍ਰਿਫਤਾਰੀ ਵੀ ਨਜ਼ਰਬੰਦੀ ਕਾਨੂੰਨ ਦੇ ਅਧੀਨ ਕੀਤੀ ਗਈ। ਇਸ ਗ੍ਰਿਫਤਾਰੀ ਨਾਲ ਸਰਕਾਰ ਨੂੰ ਸ਼ਾਇਦ ਇਹ ਆਸ ਸੀ ਸਰਕਾਰ ਨੂੰ ਵੀ ਇਹ ਜਦੋਂ ਅਸੀਂ ਮਾਸਟਰ ਤਾਰਾ ਸਿੰਘ ਨੂੰ ਗ੍ਰਿਫਤਾਰ ਕਰ ਲਾਂਗੇ ਤੇ ਮੂਵਮੈਂਟ ਜਿਹੜੀ ਹੈ ਇਹ ਠੰਡੀ ਪੈ ਜਾਏਗੀ, ਅਕਾਲੀ ਵਰਕਰਾਂ ਦੇ ਵਿੱਚ ਡਰ ਫੈਲ ਜਾਏਗਾ
ਇਹ ਹੁੰਦਾ ਵੀ ਇਸੇ ਕਰਕੇ ਹੀ ਹੈ, ਇਹ ਹੁੰਦਾ ਵੀ ਇਸੇ ਕਰਕੇ ਹੀ ਹੈ ਵੀ ਲੋਕਾਂ ਨੂੰ ਡਰਾਉਣ ਦੇ ਲਈ ਵੀ ਤੁਹਾਡੇ ਲੀਡਰ ਫੜੇ, ਜਿਹੜਾ ਆਏਗਾ ਉਹਨੂੰ ਅੰਦਰ ਦੇ ਦਿਆਂਗੇ, ਇਹ ਇਸੇ ਕਰਕੇ ਕੀਤਾ ਜਾਂਦਾ ਹੈ। ਹਾਲਾਂਕਿ ਉਹਨਾਂ ਦੇ ਦਿਮਾਗ 'ਚ ਇਹ ਗੱਲ ਚੱਲਦੀ ਸੀ ਵੀ 12 ਜੂਨ ਦਾ ਜਿਹੜਾ ਜਲੂਸ ਹੈ ਉਹ ਕਾਮਯਾਬ ਨਹੀਂ ਹੋਣ ਦੇਣਾ। ਗੱਲ ਤਾਂ ਸਾਰੇ ਨਹਿਰੂ ਤੇ ਕੈਰੋਂ ਦੀ ਆਪਸੀ ਸਲਾਹ ਮਸ਼ਵਰੇ ਨਾਲ ਹੀ ਹੋਈ ਹੋਏਗੀ। ਕੇਂਦਰ ਦੇ ਕਠਪੁਤਲੀ ਜਦੋਂ ਚੀਫ ਮਿਨਿਸਟਰ ਬਣ ਜਾਂਦੇ ਹਨ, ਉਹ ਇਹੋ ਜਿਹੇ ਫਿਰ ਨਿਰਣੇ ਕਰਦੇ ਹੀ ਹਨ, ਜਦੋਂ ਕਠਪੁਤਲੀ ਬਣ ਕੇ ਜਦੋਂ ਚੱਲਦਾ ਹੈ ਕੰਮ। ਹਾਲਾਂਕਿ ਜੇ ਅਸੀਂ ਦੇਖੀਏ, ਕੈਰੋਂ ਤੇ ਨਹਿਰੂ ਫਰਵਰੀ 1949 ਦੇ ਵਿੱਚ ਅਕਾਲੀ ਦਲ ਵੱਲੋਂ ਕੀਤੀ ਜਾਣ ਵਾਲੀ ਕੰਜੈਨਮੈਂਟ ਵੇਲੇ ਸਿੱਖਾਂ ਦੇ ਸਿਰੜ ਵੇਖ ਪਹਿਲੇ ਦੇਖ ਚੁੱਕੇ ਸਨ। ਇਹ ਜਿਹੜਾ 1949 ਦੇ ਵਿੱਚ ਵੀ ਇਸ ਤਰ੍ਹਾਂ ਕੀਤਾ ਸੀ, ਇਹਨਾਂ ਨੂੰ ਸਾਰਾ ਪਤਾ ਸੀ ਇਤਿਹਾਸ ਦਾ, ਜਿਹਦਾ ਮੈਂ ਜ਼ਿਕਰ ਅੱਗੇ ਕਰ ਚੁੱਕਾ, ਉਹਦਾ ਸਮਾਂ ਮੈਂ ਜ਼ਿਆਦਾ ਲਾਉਣਾ ਨਹੀਂ। ਪਰ ਕੈਰੋਂ ਨੇ ਆਪਣੀ ਵਫਾਦਾਰੀ ਸਿੱਧ ਕਰਨ ਦੇ ਲਈ, ਝੋਲੀ ਚੁੱਕਣ ਦੇ ਲਈ, ਜੇ ਲਫ਼ਜ਼ ਕਹਿ ਦਈਏ ਵੀ ਕੋਈ ਨਾ ਕੋਈ ਕਾਰਵਾਈ ਕਰਕੇ ਦਿਖਾਉਣ ਦੇ ਲਈ ਉਤਾਵਲਾ ਬੈਠਾ ਸੀ, ਵੀ ਕੋਈ ਐਦਾਂ ਦੀ ਕਾਰਵਾਈ ਕਰਾਂ ਕਿ ਜਿਹੜਾ ਮੇਰਾ ਮਸੌਦਾ ਹੈ ਉਹ ਪੂਰਾ ਹੋ ਸਕੇ, ਮੇਰਾ ਮਕਸਦ ਪੂਰਾ ਹੋ ਸਕੇ। ਕਿਉਂਕਿ ਉਹ ਨਹਿਰੂ ਦੀਆਂ ਨਜ਼ਰਾਂ ਵਿੱਚ ਇੱਕ ਵੱਡਾ ਆਗੂ ਬਣਨਾ ਚਾਹੁੰਦਾ ਸੀ, ਔਰ ਨਹਿਰੂ ਦੇ ਅੱਗੇ ਜਾ ਕੇ ਕੀਤੇ ਹੋਏ ਵਾਅਦਿਆਂ ਮੁਤਾਬਕ ਉਹਦੇ ਵਿਦੇਸ਼ ਮੰਤਰੀ ਜਾਂ ਰੱਖਿਆ ਮੰਤਰੀ ਦੀ ਭਾਰਤ ਦੇ ਬਣਨ ਦਾ ਸੁਪਨੇ ਦੇਖ ਰਿਹਾ ਸੀ। ਮਾਸਟਰ ਜੀ ਦੀ ਗ੍ਰਿਫਤਾਰੀ ਤੋਂ ਬਾਅਦ ਫਿਰ ਪੰਜਾਬ ਸਰਕਾਰ ਨੇ ਪੰਜਾਬ ਦੇ ਵਿੱਚ ਵੀ 4000 ਦੇ ਕਰੀਬ ਅਕਾਲੀ ਵਰਕਰ ਜਿਹੜੇ ਸੀ ਗ੍ਰਿਫਤਾਰ ਕਰ ਲਏ, ਜਿਨ੍ਹਾਂ ਵਿੱਚ ਬਹੁਤ ਸਾਰੇ ਨਾਂ ਹਨ, ਜਿਨ੍ਹਾਂ ਦਾ ਨਾਮ ਮੈਂ ਜ਼ਿਆਦਾ ਲਵਾਂਗਾ ਤਾਂ ਸਮਾਂ ਬਹੁਤ ਲੱਗੇਗਾ। ਸਿਰਫ ਮੈਂ ਇੰਨਾ ਕੁ ਗੱਲ ਕਰ ਰਿਹਾ ਵੀ 4000 ਅਕਾਲੀ ਵਰਕਰ ਜਿਹੜੇ ਸੀ ਗ੍ਰਿਫਤਾਰ ਕਰ ਲਏ। 25 ਮਈ ਦੀ ਪੁਲਿਸ ਨੇ ਇੱਕ ਵੱਡੀ ਪਾਰਟੀ ਪੁਲਿਸ ਨੇ ਅਕਾਲੀ ਦਲ ਦੀਆਂ ਅਖਬਾਰਾਂ, ਅਕਾਲੀ ਤੇ ਪ੍ਰਭਾਤ ਦੇ ਜਿਹੜੇ ਪਬਲਿਸ਼ਰ ਮੋਹਨ ਸਿੰਘ ਸੀ, ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ। ਅਖਬਾਰਾਂ ਦੇ ਉੱਤੇ, ਪ੍ਰੈਸ ਦੇ ਉੱਤੇ ਹਮਲੇ ਸ਼ੁਰੂ ਹੋਏ। ਮੂਮਤਾਂ ਨੂੰ ਦਬਾਉਣ ਦੇ ਲਈ ਹਰ ਹੀਲਾ ਵਸੀਲਾ ਵਰਤਿਆ ਜਾਂਦਾ ਹੈ। ਪ੍ਰੈਸ ਉਹਨਾਂ ਦੇ ਆਖੇ ਵਿੱਚ ਚੱਲਦੀ ਹੈ ਤੇ ਪ੍ਰੈਸ ਉਹਨਾਂ ਦੇ ਕਹਿਣ ਮੁਤਾਬਕ ਚੱਲਦੀ ਹੈ, ਪ੍ਰੈਸ ਉਹਨਾਂ ਦੇ ਮੁਤਾਬਕ ਚੱਲਦੀ ਹੈ ਤੇ ਪ੍ਰੈਸ ਉਹਨਾਂ ਦੇ ਕਹਿਣ ਦੇ ਮੁਤਾਬਕ ਹਮੇਸ਼ਾ ਚੱਲਦੀ ਹੈ। ਤੇ ਇਹ ਸਰਕਾਰਾਂ ਹਮੇਸ਼ਾ ਪ੍ਰੈਸ ਨੂੰ ਆਪਣੇ ਆਪ 'ਚ ਦਬਾ ਕੇ ਰੱਖਣ ਦਾ ਯਤਨ, ਆਪਣੇ ਹੱਕ ਵਿੱਚ ਆਵਾਜ਼ ਉਠਾਉਣ ਗੱਲਾਂ ਕਰਦੀਆਂ ਹਨ, ਸ਼ੁਰੂ ਤੋਂ ਕਰਦੀਆਂ ਰਹੀਆਂ ਨੇ, ਅੱਜ ਵੀ ਕਰਦੀਆਂ। ਤੋਂ 25 ਤਰੀਕ ਨੂੰ 5 ਵਜੇ ਦੇ ਕਰੀਬ ਉਹਨਾਂ ਦਾ ਜਿਹੜਾ ਅਖਬਾਰ ਦਾ ਐਡੀਟਰ ਸੀ, ਉਹਦਾ ਜਿਹੜਾ ਪ੍ਰੂਫ ਪੜ੍ਹਨ ਵਾਲਾ ਸੀ, ਪ੍ਰੂਫ ਰੀਡਰ, ਕੰਪੋਜ਼ ਕਰਨ ਵਾਲਾ, ਸਿੱਕੇ ਨਾਲ ਕੰਪੋਜ਼ਿੰਗ ਹੁੰਦੀ ਸੀ ਉਦੋਂ, ਇੱਕ ਇੱਕ ਅੱਖਰ ਏਦਾਂ ਚੁੱਕ ਚੁੱਕ ਕੇ ਕੰਪੋਜ਼ ਕੀਤਾ ਜਾਂਦਾ ਸੀ। ਕੰਪੋਜ਼ਰ ਜਿਹੜੇ ਸਨ ਉਹ ਵੀ, ਮੈਨੇਜਰ ਜਿਹੜੇ ਸਨ ਉਹ ਵੀ ਗ੍ਰਿਫਤਾਰ ਕਰ ਲਏ। ਅਕਾਲੀ ਅਖਬਾਰ ਦੇ ਜਿਹੜੇ ਐਡੀਟਰ ਇੰਚਾਰਜ ਸੀ ਸਰਦਾਰ ਕਰਮ ਸਿੰਘ ਜੀ ਜ਼ਖਮੀ, ਤੇ ਪ੍ਰਭਾਤ ਦੇ ਐਡੀਟਰ ਮਿਸਟਰ ਭਰੋਟ, ਮਿਸਟਰ ਸਰੂਰ ਅਤੇ ਉੱਥੋਂ ਦੇ ਕੰਪੋਜ਼ਰ ਜਿਹੜੇ ਸੀ ਸ਼ਿਵਦੇਵ ਸਿੰਘ ਦੇ, ਇਹ ਸਾਰੇ ਗ੍ਰਿਫਤਾਰ ਕੀਤੇ ਗਏ। ਤਕਰੀਬਨ 12 ਮੁਲਾਜ਼ਮਾਂ ਨੂੰ ਗ੍ਰਿਫਤਾਰ ਕਰਕੇ ਜਲੰਧਰ ਦੇ ਕੋਤਵਾਲੀ ਵਾਲੀ ਅਦਾਲਤ ਦੇ ਵਿੱਚ ਤੋਂ ਲੈ ਕੇ ਰਿਮਾਂਡ ਤੇ ਹਵਾਲਾਤ ਦੇ ਵਿੱਚ ਭੇਜ ਦਿੱਤਾ। ਅਗਲੇ ਦਿਨ ਰਾਤ ਵੇਲੇ ਫਿਰ ਪੁਲਿਸ ਨੇ 4 ਅਖਬਾਰਾਂ ਦੀਆਂ ਪ੍ਰੈਸਾਂ ਵੀ ਸੀਲ ਕਰ ਦਿੱਤੀਆਂ ਤੇ ਨਾਲ ਹੀ ਐਲਾਨ ਕਰ ਦਿੱਤਾ ਜਿਹੜੀ ਪ੍ਰੈਸ ਵੀ ਇਹਨਾਂ ਅਖਬਾਰਾਂ ਨੂੰ ਛਾਪੇਗੀ ਉਸ ਨੂੰ ਵੀ ਬੰਦ ਕਰ ਦਿੱਤਾ ਜਾਏਗਾ, ਵੀ ਇਹ ਬਾਹਰੋਂ ਵੀ ਨਹੀਂ ਛਪ ਸਕਦੀਆਂ। ਸਾਰੇ ਸਟਾਫ ਮੈਂਬਰਾਂ ਨੂੰ 751 ਜਿਹੜਾ 157 ਜਿਹੜੀ ਧਾਰਾ ਹੁੰਦੀ ਹੈ, ਜਿਹਨੂੰ ਅਸੀਂ ਆਮ ਤੌਰ ਤੇ 751 ਕਹਿੰਦੇ ਆ, ਇਹ ਸੈਕਸ਼ਨ 157 ਹੁੰਦਾ ਹੈ। ਇਹਨਾਂ ਦੇ ਹੇਠ ਗ੍ਰਿਫਤਾਰੀ ਦਿਖਾ ਕੇ ਜੇਲ੍ਹ ਭੇਜ ਦਿੱਤਾ ਗਿਆ। ਹਾਲਾਂਕਿ 751 ਕੋਈ ਵੱਡੀ ਧਾਰਾ ਨਹੀਂ ਹੈ, 157 ਇਹ ਅਮਨ ਨੂੰ ਕਾਇਮ ਰੱਖਣ ਦੇ ਲਈ ਹੀ ਧਾਰਾ ਲੱਗਦੀ ਹੈ, ਔਰ ਛੇਤੀ ਇਹਦੀ ਕਈ ਵਾਰੀ ਤਾਂ ਇਹਦੇ ਲਈ ਜ਼ਮਾਨਤ ਦੀ ਵੀ ਲੋੜ ਨਹੀਂ ਪੈਂਦੀ, ਸਰਕਾਰ ਆਪਣੇ ਆਪ ਕੋਈ ਦਿਨ ਰੱਖ ਕੇ ਇਹਨਾਂ ਤੋਂ ਬਰੀ ਕਰ ਦਿੰਦੀ ਜਾਂ ਛੱਡ ਦਿੰਦੀ ਹੈ। ਪਰ ਇੱਥੇ ਲੰਬਾ ਚੌਥੇ ਗ੍ਰਿਫਤਾਰੀ ਕਰ ਨਹੀਂ ਸਕਦੇ ਲੰਬੇ, ਪਰ ਸਰਕਾਰਾਂ ਚਾਹੁਣ ਤਾਂ ਭਾਵੇਂ 2-2 ਮਹੀਨੇ 4-4 ਮਹੀਨੇ ਵੀ 751 ਲਾ ਕੇ ਜੇਲ੍ਹ ਤੋਂ ਜ਼ਮਾਨਤ ਨਹੀਂ ਕਰਨ ਦਿੰਦੀਆਂ, ਬਾਹਰ ਆਉਣੇ ਦਿੰਦੀਆਂ ਨਾ ਛੱਡਦੀਆਂ ਨੇ। ਗ੍ਰਿਫਤਾਰ ਕੀਤੇ ਕਿਉਂਕਿ ਐਡੀਟਰ ਤੇ ਜਿਹੜੇ ਕੰਪੋਜ਼ਰ ਸੀ ਉਹਨਾਂ 'ਚੋਂ ਕੁਝ ਹਿੰਦੂ ਵੀ ਸਨ, ਇਸ ਲਈ ਜਰਨਲਿਸਟ ਯੂਨੀਅਨ ਨੇ ਰੌਲਾ ਪਾ ਕੇ ਕੈਰੋਂ ਨੂੰ ਮਜਬੂਰ ਕਰ ਦਿੱਤਾ ਕਿ ਉਹ ਅਖਬਾਰਾਂ ਦੇ ਮੁਲਾਜ਼ਮਾਂ ਦੇ ਖਿਲਾਫ ਦਰਜ ਕੀਤੇ ਇੱਕ ਮੁਕੱਦਮੇ ਵਾਪਸ ਲਵੇ, ਵੀ ਉਹਨਾਂ ਦਾ ਕੀ ਕਸੂਰ ਹੈ, ਜਿਹੜੇ ਮੁਲਾਜ਼ਮ ਉੱਥੇ ਕੰਮ ਕਰਦੇ ਨੇ ਉਹਨਾਂ ਨੂੰ ਫੜੋ, ਜਿਹੜੇ ਮਾਲਕ ਨੇ ਜਾਂ ਉਹਨਾਂ ਦੇ ਕਰੋ। ਕਿਉਂਕਿ ਉਹਨਾਂ ਮੈਂ ਜ਼ਿਕਰ ਕੀਤਾ ਭਨੋਟ ਤੇ ਦੂਜੇ ਕਿਉਂਕਿ ਵਰਕਰ ਦਾ ਦੂਜੇ ਗੈਰ ਸਿੱਖ ਵੀ ਤਾਂ ਹੋ ਸਕਦੇ ਸਨ, ਹੁੰਦੇ ਹੀ ਨੇ, ਤਾਂ ਉਹਨਾਂ ਨੇ ਕਿਹਾ ਉਹਨਾਂ ਦਾ ਕੀ ਕਸੂਰ ਹੈ,
ਉਹਨਾਂ ਨੂੰ ਫਿਰ ਮੁਕੱਦਮੇ ਵਾਪਸ ਲਵੇ ਤੇ ਜਿਹੜੇ ਐਡੀਟਰ ਹੈ ਉਹਨਾਂ ਨੂੰ ਰਿਹਾ ਕਰੇ। ਆਖਿਰ ਮਜਬੂਰ ਹੋ ਕੇ ਸਰਕਾਰ ਨੇ ਪ੍ਰੈਸ ਦੇ ਜਿਹੜੇ ਮੁਲਾਜ਼ਮ ਸੀਗੇ ਉਹਨਾਂ ਨੂੰ ਰਿਹਾ ਕਰ ਦਿੱਤਾ, ਪਰ ਪ੍ਰੈਸਾਂ ਸੀਲ ਕੀਤੀਆਂ ਰੱਖੀਆਂ, ਪ੍ਰੈਸਾਂ ਨਹੀਂ ਖੋਲ੍ਹਣ ਦੀ ਇਜਾਜ਼ਤ ਦਿੱਤੀ। ਜਿਹੜੇ ਉਹਦੇ ਮੁਲਾਜ਼ਮ ਸੀ ਉਹ ਰਿਹਾ ਕਰ ਦਿੱਤੇ। ਇਸ ਸੰਬੰਧ ਵਿੱਚ ਕੇਸ ਫਿਰ ਹਾਈ ਕੋਰਟ ਦੇ ਵਿੱਚ ਲਾਇਆ ਗਿਆ। 8 ਜੂਨ ਦੇ ਦਿਨ ਹਾਈ ਕੋਰਟ ਦੇ ਹੁਕਮ ਨਾਲ ਅਕਾਲੀ ਅਖਬਾਰ ਛਪਣੀ ਸ਼ੁਰੂ ਹੋ ਗਈ, ਪਰ 8 ਦਿਨਾਂ ਬਾਅਦ ਫਿਰ 16 ਜੂਨ ਨੂੰ ਅਪੀਲ ਰੱਦ ਕਰਕੇ ਇਹ ਪ੍ਰੈਸਾਂ ਫਿਰ ਸੀਲ ਕਰ ਦਿੱਤੀਆਂ ਗਈਆਂ। ਸਿਰਫ ਅਕਾਲੀ ਤੇ ਪ੍ਰਭਾਤ ਨਹੀਂ, ਜਲੰਧਰ ਤੋਂ ਛਪਦੀ ਅਕਾਲੀ ਪੱਤਰਿਕਾ, ਸੇਵਕ, ਅੰਮ੍ਰਿਤਸਰ, ਅੰਗਰੇਜ਼ੀ ਦੇ ਪੰਜਾਬੀ ਦੇ ਪੰਜਾਬ ਗਾਰਡੀਅਨ, ਇਹਨਾਂ ਤੇ ਵੀ ਪਾਬੰਦੀ ਲਾਤੀ। ਜਿਹੜਾ ਵੀ ਕੋਈ ਮੋਰਚੇ ਦੇ ਹੱਕ 'ਚ ਕੋਈ ਖਬਰ ਛਾਪਦਾ ਸੀ ਉਸ ਅਖਬਾਰ ਤੇ ਪਾਬੰਦੀਆਂ ਲੱਗ ਗਈਆਂ। ਧੱਕੇਸ਼ਾਹੀ ਇਦੋਂ ਵੀ ਵੱਡੀ ਕੀ ਹੋ ਸਕਦੀ ਹੈ ਕਿ ਸਰਕਾਰ ਨੇ SGPC ਦੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਆਪਣੀ ਪ੍ਰੈਸ ਨੂੰ ਵੀ ਸੀਲ ਕਰ ਦਿੱਤਾ। ਜਿੱਥੇ ਇਤਿਹਾਸ ਵਿੱਚ ਸਿੱਖੀਜ਼ਮ ਦਾ ਇਤਿਹਾਸ ਛਪਦਾ ਸੀ ਜਾਂ ਕਿਤਾਬਾਂ ਛਪਦੀਆਂ ਸੀ, ਉਹਨਾਂ ਨੂੰ ਵੀ ਸੀਲ ਕਰ ਦਿੱਤਾ। ਬਹਾਨਾ ਕੀ ਬਣਾਇਆ ਵੀ ਇੱਕ ਆਦਮੀ ਨੇ ਪੁਲਿਸ ਨੂੰ ਆਪਣੀ ਇੱਕ ਬਿਆਨ ਦਿੱਤਾ ਜਾਂ ਲਿਖ ਕੇ ਦਿੱਤਾ ਕਿ ਸ਼੍ਰੋਮਣੀ ਕਮੇਟੀ ਦੀ ਪ੍ਰੈਸ ਵਿੱਚ ਉਸ ਦੀ ਹਿੱਸੇਦਾਰੀ ਹੈ, ਉਹਦੇ ਸ਼੍ਰੋਮਣੀ ਕਮੇਟੀ ਉਹਦੀ ਹਿੱਸੇਦਾਰੀ ਦਿੰਦੀ ਨਹੀਂ ਹੈ, ਇਸ ਕਰਕੇ ਉਹਨੂੰ ਪ੍ਰੈਸ ਨੂੰ ਸੀਲ ਕਰ ਦਿੱਤਾ ਗਿਆ। ਬਹਾਨਾ ਇਹ ਲਗਾ ਕਿਸੇ ਕੋਲੋਂ ਝੂਠਾ ਲਿਖਾ ਲਿਆ, ਇੱਕ ਕੰਪਲੇਂਟ ਜਿਹਨੂੰ ਅਸੀਂ ਕਹਿ ਲਈਏ, ਜੇ ਕਿਸੇ ਕੋਲੋਂ ਲਿਖਾ ਲਈ ਗਈ ਵੀ ਮੇਰੀ ਹਿੱਸੇਦਾਰੀ ਹੈ ਜੀ ਇਸ ਪ੍ਰੈਸ ਦੇ ਵਿੱਚ ਤੇ SGPC ਮੈਨੂੰ ਹਿੱਸਾ ਨਹੀਂ ਦਿੰਦੀ, ਇਸ ਕਰਕੇ ਇਹ ਪ੍ਰੈਸ ਜਿਹੜੀ ਹੈ ਉਹ ਸੀਲ ਕੀਤਾ ਜਾਂਦਾ। ਇਹ ਧੱਕੇਸ਼ਾਹੀ ਹੁੰਦੀ ਹੈ। ਸਰਕਾਰ ਨੇ, ਦੂਜੇ ਲਫ਼ਜ਼ਾਂ 'ਚ ਕਹਾਂ ਕਿ ਪ੍ਰੈਸ ਦੀ ਆਜ਼ਾਦੀ ਦਾ ਗਲਾ ਘੁੱਟਣ ਲਈ ਇਹੋ ਜਿਹੀਆਂ ਹੋਛੀਆਂ ਹਰਕਤਾਂ ਜਿਹੜੀਆਂ ਸੀ ਕੀਤੀਆਂ। ਮਕਸਦ ਇੱਕੋ ਹੀ ਸੀ ਕਿ ਅਕਾਲੀ ਵਰਕਰਾਂ ਦੇ ਵਿੱਚ ਦਹਿਸ਼ਤ ਫੈਲ ਜਾਏ, ਪੰਜਾਬੀ ਸੂਬੇ ਦੀ ਮੰਗ ਦੀ ਹਮਾਇਤ ਦਾ ਜਿਹੜਾ 12 ਜੂਨ ਦਾ ਜਲੂਸ ਹੈ ਉਹ ਨਾ ਨਿਕਲ ਸਕੇ। ਮਕਸਦ ਇੱਕੋ ਹੀ ਸੀ। ਅਖਬਾਰ ਬੰਦ ਹੋਣ ਲਈ ਅਕਾਲੀ ਵਰਕਰਾਂ ਤੇ ਆਮ ਸਿੱਖਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਦੀਆਂ ਗ੍ਰਿਫਤਾਰੀਆਂ ਬਾਰੇ ਖਬਰਾਂ ਤੇ ਹੋਰ ਜਾਣਕਾਰੀ ਮਿਲਣੀ ਵੀ ਬੰਦ ਹੋ ਜਾਣੀ ਸੀ। ਇਸ ਨਾਲ ਅਕਾਲੀ ਦਲ ਦਾ ਜਿਹੜਾ ਸੁਨੇਹਾ ਸੀ ਉਹ ਲੋਕਾਂ 'ਚ ਨਾ ਪੁੱਜ ਸਕੇ। ਮੇਰਾ ਉਹਦਾ ਮਕਸਦ ਸੀ ਵੀ ਅਕਾਲੀ ਦਲ ਦਾ ਜਿਹੜਾ ਸੁਨੇਹਾ ਹੈ, ਇਸ ਮੋਰਚੇ ਦੇ ਲਾਮਬੰਦੀ ਦਾ ਜੋ ਕੰਮ ਸੀ, ਉਹਦਾ ਸੁਨੇਹਾ ਲੋਕਾਂ ਤੱਕ ਨਾ ਪਹੁੰਚੇ। ਪਰ ਇਸ ਦੇ ਬਾਵਜੂਦ ਵੀ ਲੋਕਾਂ ਵਿੱਚੋਂ ਸਰਕਾਰ ਪੰਜਾਬੀ ਸੂਬੇ ਬਾਰੇ ਉਤਸ਼ਾਹ ਖਤਮ ਨਾ ਕਰ ਸਕੀ। ਉਲਟਾ ਜਿਵੇਂ ਜਿਵੇਂ ਜਵੇ ਬਾਣ ਲਾਗਿਓ ਤਵੇ ਰੁੱਸ ਜਾਗਿਓ ਦੀ ਜਿਹੜੀ ਗੱਲ ਹੁੰਦੀ ਹੈ, ਜਿਵੇਂ ਜਿਵੇਂ ਇਹ ਸਖਤੀ ਕੀਤੀ ਜਾਂਦੀ ਰਹੀ, ਰੋਹ ਹੋਰ ਵੱਧਦਾ ਗਿਆ ਤੇ ਵੱਡੀ ਗਿਣਤੀ ਦੇ ਜਿਹੜੇ ਸਿੱਖ ਸੀ ਜਾਂ ਵਰਕਰ ਸੀ ਉਹ ਦਰਬਾਰ ਸਾਹਿਬ ਵਿੱਚ ਪਹੁੰਚਣੇ ਅੰਮ੍ਰਿਤਸਰ ਸ਼ੁਰੂ ਹੋ ਗਏ। ਇੱਥੋਂ ਫਿਰ ਪੰਜਾਬੀ ਸੂਬੇ ਦੇ ਮੋਰਚੇ ਦੀਆਂ ਗ੍ਰਿਫਤਾਰੀਆਂ ਦਾ ਦੌਰ ਜਿਹੜਾ ਹੈ ਸ਼ੁਰੂ ਹੁੰਦਾ ਹੈ। ਐਲਾਨ ਮੁਤਾਬਕ 29 ਮਈ ਨੂੰ ਜੱਥਾ ਦਿੱਲੀ ਦੇ 12 ਜੂਨ ਦੇ ਜਲੂਸ ਦੀ ਅਗਵਾਈ ਕਰਨ ਲਈ ਅਕਾਲ ਤਖਤ ਸਾਹਿਬ ਤੋਂ ਤੋਰਿਆ ਗਿਆ, ਜੋ ਮਾਸਟਰ ਤਾਰਾ ਸਿੰਘ ਜੀ ਨੇ ਲੈ ਕੇ ਜਾਣਾ ਸੀ, ਪਰ ਉਹਨਾਂ ਨੂੰ ਪਹਿਲਾਂ ਹੀ ਨਜ਼ਰਬੰਦ ਕਰ ਦਿੱਤਾ ਗਿਆ। ਇਹਦੀ ਅਗਵਾਈ ਜਿਹੜੀ ਸੀ ਪ੍ਰਿੰਸੀਪਲ ਇਕਬਾਲ ਸਿੰਘ ਬੋਪਾ ਰਾਏ ਨੇ ਕੀਤੀ। ਜੱਥੇ ਨੇ ਤੁਰਨ ਵੇਲੇ ਅਕਾਲ ਤਖਤ ਤੇ ਤਕਰੀਬਨ 40,000 ਦੇ ਕਰੀਬ ਸਿੱਖ ਉੱਥੇ ਹਾਜ਼ਰ ਸੀ ਉਸ ਦਿਨ, ਜਿੱਦਣ ਇਹ ਪਹਿਲਾ ਜੱਥਾ ਦਿੱਲੀ ਲਈ ਤੁਰਿਆ। ਇੱਥੇ ਜੱਥੇ ਨੇ ਅਕਾਲ ਤਖਤ ਸਾਹਿਬ ਤੇ ਅਰਦਾਸ ਕੀਤੀ, ਸ਼ਾਂਤਮਈ ਰਹਿਣ ਦੀ ਪ੍ਰਣ ਕੀਤਾ ਤੇ ਅਰਦਾਸ ਕਰਨ ਮਗਰੋਂ ਹਜ਼ਾਰਾਂ ਸੰਗਤਾਂ ਦਾ ਜੱਥਾ ਜਲੂਸ ਦੀ ਸ਼ਕਲ ਵਿੱਚ ਦਰਬਾਰ ਸਾਹਿਬ ਤੋਂ ਚੱਲਿਆ। ਚਾਟੀਵਿੰਡ ਫਾਟਕ ਤੱਕ ਪੈਦਲ ਗਿਆ। ਇਸ ਤੋਂ ਬਾਅਦ ਟਾਂਗਿਆਂ ਤੇ ਸਵਾਰ ਹੋ ਕੇ ਇਹ ਤਰਨਤਾਰਨ ਵਾਲੀ ਸੜਕ ਤੇ ਪੈ ਗਏ। ਸਰਕਾਰ ਨੇ ਜੱਥੇ ਦੀ ਗ੍ਰਿਫਤਾਰੀ ਲਈ ਕੋਈ ਤਿਆਰੀ ਨਹੀਂ ਸੀ ਕੀਤੀ ਹੋਈ। ਉਹਨਾਂ ਨੂੰ ਸ਼ਾਇਦ ਉਮੀਦ ਹੀ ਨਹੀਂ ਸੀ ਕਿ ਇੰਨੀ ਸਖਤੀ ਦੇ ਬਾਵਜੂਦ ਵੀ ਇਹ ਜੱਥੇ ਗ੍ਰਿਫਤਾਰੀਆਂ ਲਈ ਤਿਆਰੀ ਹੋ ਦੇਣਗੇ, ਤੇ ਨਾ ਹੀ ਕੋਈ ਧਾਰਾ 144 ਉਸ ਵੇਲੇ ਅੰਮ੍ਰਿਤਸਰ ਚਲਾਈ ਸੀ। ਉਹਨਾਂ ਨੇ ਸੋਚਿਆ ਹੀ ਨਹੀਂ ਸੀ ਵੀ ਅਸੀਂ ਇੰਨੀ ਸਖਤੀ ਤਾਂ ਕਰ ਲਈ ਹੈ, ਫੜੋ ਫੜਾਈ ਕਰ ਲਈ ਹੈ, ਖਬਰਾਂ ਕਿੱਥੇ ਪਹੁੰਚੀਆਂ ਹੋਣਗੀਆਂ, ਤੇ ਇਸ ਵਾਸਤੇ ਇਹਨਾਂ ਦਾ ਇਕੱਠ ਹੋ ਨਹੀਂ ਸਕਣਾ। ਤੇ ਉਹਨਾਂ ਨੇ ਕੋਈ ਪ੍ਰਬੰਧ ਵੀ ਨਹੀਂ ਸੀ ਕੀਤਾ, ਕੋਈ ਧਾਰਾ 144 ਨਹੀਂ ਲਾਈ, ਨਾ ਹੀ ਜੱਥੇ ਨੂੰ ਗ੍ਰਿਫਤਾਰ ਕਰ ਦਿਆ। ਤੇ ਇਹ ਜੱਥਾ ਵੱਧਦਾ ਕਾਮਾਂ ਦੇ ਪੁਲ ਤੱਕ ਪਹੁੰਚ ਗਿਆ, ਜਿੱਥੇ 10,000 ਦੇ ਕਰੀਬ ਸਿੱਖ ਵੀ ਨਾਲ ਚੱਲਦੇ ਜੱਥੇ ਦੇ ਨਾਲ ਤੁਰ ਰਹੇ ਸਨ। 10,000 ਦੀ ਗਿਣਤੀ, ਅਤੇ ਜਿਹੜੀ ਕਿਤਾਬਾਂ ਵਿਦਵਾਨਾਂ ਨੇ ਜਿਹੜੀਆਂ ਕਿਤਾਬਾਂ ਮਿਲਦੀਆਂ ਨੇ ਉਹਦੇ 'ਚ ਸਾਰੇ ਹੀ ਵਿਦਵਾਨਾਂ ਨੇ ਇਹ ਗਿਣਤੀ 9, 10,000, 11,000 ਦੇ ਕਰੀਬ ਲਿਖੀ ਹੈ। ਤਾਂ ਆਪਾਂ ਅੰਦਾਜ਼ਾ ਜਿਹਾ ਲਾ ਲਈਏ ਵੀ ਤਕਰੀਬਨ 10,000 ਦੇ ਕਰੀਬ ਸਿੱਖ ਜਿਹੜੇ ਉਹ ਨਾਲ ਸਨ।
ਜਦੋਂ ਜੱਥਾ ਅੱਗੇ ਸੰਗਰਾਣਾ ਦੇ ਸਾਹਿਬ ਦੇ ਕੋਲ ਪਹੁੰਚਦਾ ਹੈ, ਤਾਂ ਉੱਥੇ ਅੱਗੇ ਪੁਲਿਸ ਜਿਹੜੀ ਸੀ ਸੈਂਕੜਿਆਂ ਦੇ ਵਿੱਚ ਹਾਜ਼ਰ ਸੀ। ਟਾਂਗੇ ਨੂੰ ਰੋਕਿਆ, ਇਕਬਾਲ ਸਿੰਘ ਨੂੰ ਆਖਿਆ ਵੀ ਤੁਸੀਂ, ਤੁਹਾਡਾ ਜੱਥਾ ਹੁਣ ਗ੍ਰਿਫਤਾਰ ਹੋ ਚੁੱਕਾ ਹੈ ਤੇ ਤੁਸੀਂ ਟਾਂਗਿਆਂ ਤੋਂ ਉਤਰ ਆਓ ਤੇ ਪੁਲਿਸ ਦੀਆਂ ਗੱਡੀਆਂ 'ਚ ਬਹਿ ਜਾਓ। ਇਕਬਾਲ ਸਿੰਘ ਜੀ ਨੇ ਕਿਹਾ ਵੀ ਜੇ ਉਹਨਾਂ ਕੋਲ ਕੋਈ ਗ੍ਰਿਫਤਾਰੀ ਦੇ ਵਾਰੰਟ ਹੈਗੇ ਆ ਤੇ ਸਾਨੂੰ ਗ੍ਰਿਫਤਾਰੀ ਦੇਣ 'ਚ ਕੋਈ ਇਨਕਾਰੀ ਨਹੀਂ। ਪਰ ਉਹਨਾਂ ਨੇ ਕਹਿਤਾ ਨਹੀਂ ਜੀ, ਤੁਹਾਡੇ ਤਾਂ ਟ੍ਰੈਫਿਕ ਐਕਟ ਦੇ ਅਧੀਨ ਤੁਹਾਡੀ ਗ੍ਰਿਫਤਾਰੀ ਕਰ ਰਹੇ ਆ, ਕਿਉਂਕਿ ਤੁਸੀਂ ਟ੍ਰੈਫਿਕ ਰੋਕੀ ਹੈ। ਮਤਲਬ ਨਵੇਂ ਨਵੇਂ ਬਹਾਨੇ, ਨਵੀਆਂ ਸਕੀਮਾਂ ਤੇ ਨਵੇਂ ਕਾਢ ਸਰਕਾਰਾਂ ਕਰਦੀਆਂ ਨੇ, ਉਹ ਕੀਤੀਆਂ ਗਈਆਂ ਵੀ ਤੁਸੀਂ ਆਵਾਜਾਈ ਵਿੱਚ ਜਾਂ ਟ੍ਰੈਫਿਕ ਨੂੰ ਤੁਹਾਡੇ ਜਲੂਸ ਦੇ ਨਾਲ ਆਵਾਜਾਈ 'ਚ ਬੜਾ ਵੱਡਾ ਵਿਗੜ ਪਿਆ, ਇਸ ਵਾਸਤੇ ਅਸੀਂ ਤੁਹਾਨੂੰ ਟ੍ਰੈਫਿਕ ਐਕਟ ਦੇ ਵਿੱਚ ਅਰੈਸਟ ਜਿਹੜਾ ਹੈ ਉਹ ਕਰ ਰਹੇ ਹਾਂ। ਸਰਕਾਰ ਜਿਵੇਂ ਕਿ ਸ਼ਰਾਰਤਾਂ ਕਰਾਉਂਦੀ ਹੈ, ਸ਼ਰਾਰਤੀ ਲੋਕਾਂ ਨੂੰ ਕਿਸੇ ਨੇ ਪੁਲਿਸ ਦੀ ਗੱਡੀ ਦੇ ਉੱਤੇ ਪੱਥਰ ਮਾਰ ਦਿੱਤਾ। ਇਹ ਕਿਹਨੇ ਮਾਰਿਆ? ਇੱਕ ਸਾਜ਼ਿਸ਼ ਕਰਵਾਈ ਜਾਂਦੀ ਹੈ, ਹੁੰਦੀ ਨਹੀਂ। ਇਸ ਬਾਰੇ ਕੋਈ ਇਤਿਹਾਸ ਤਾਂ ਨਹੀਂ ਮਿਲਦਾ, ਸਬੂਤ ਵੀ ਨਹੀਂ ਮਿਲਦੇ, ਲੇਕਿਨ ਸਰਕਾਰਾਂ ਦੇ ਹੱਥ ਬੜੇ ਲੰਬੇ ਹੁੰਦੇ ਨੇ, ਇਹੋ ਜਿਹੇ ਕਾਰਵਾਈਆਂ ਸਰਕਾਰਾਂ ਕਰਾ ਲੈਂਦੀਆਂ ਨੇ। ਪੱਥਰ ਵੱਜਣ ਦੇ ਬਾਵਜੂਦ ਵੀ ਲਾਠੀਚਾਰਜ ਜਦੋਂ ਵੱਜਿਆ, ਬਹਾਨਾ ਤਾਂ ਸੀ ਵੀ ਲਾਠੀਚਾਰਜ ਕਰਨਾ ਹੈ, ਉਹਦਾ ਕੋਈ ਤਰੀਕਾ ਲੱਭੇ ਤਾਂ ਸ਼ਾਂਤਮਈ ਨੇ। ਇਹ ਤਾਂ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਆ, ਇਹਨਾਂ ਨੂੰ ਅਸੀਂ ਲਾਠੀਚਾਰਜ ਕਿਵੇਂ ਕਰੀਏ? ਉਹ ਪੱਥਰ ਦਾ ਮਾਰਨ ਦੇ ਬਹਾਨੇ, ਸ਼ੀਸ਼ਾ ਤੋੜਨ ਦੇ ਬਹਾਨੇ ਦੇ ਵਿੱਚ ਉਹ ਇੱਕ ਬਹਾਨਾ ਲੱਭ ਕੇ ਲਾਠੀਚਾਰਜ ਜਿਹੜਾ ਸੀ ਸ਼ੁਰੂ ਕਰ ਦਿੱਤਾ, ਜਿਹਦੇ ਨਾਲ ਬਹੁਤ ਸਾਰੇ ਸਿੱਖ ਜ਼ਖਮੀ ਹੋ ਗਏ। ਇਸ ਤੋਂ ਬਾਅਦ 33 ਸਿੱਖ ਗ੍ਰਿਫਤਾਰ ਕੀਤੇ। ਉਹਨਾਂ ਉੱਤੇ 307 ਕਤਲ ਕਰਨ ਦਾ, ਕਾਤਲਾਨਾ ਹਮਲਾ, ਪੁਲਿਸ ਉੱਤੇ ਕਾਤਲਾਨਾ ਹਮਲਾ ਕਰਨ ਦਾ ਦੋਸ਼ ਜਿਹੜਾ ਸੀ ਉਹ ਲਾ ਦਿੱਤਾ ਗਿਆ। ਤਾਂ ਕੈਰੋਂ ਨੇ ਸ਼ਾਮ ਨੂੰ ਫਿਰ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਦਫਾ 144 ਵੀ ਲਾ ਦਿੱਤੀ। ਇਹਦੇ ਨਾਲ ਹੀ ਅਗਲੇ ਦਿਨ ਅਕਾਲੀ ਦਲ ਵੱਲੋਂ ਅਗਲੇ ਦਿਨ ਤੋਂ ਬਕਾਇਦਾ ਜੱਥੇ ਭੇਜਣ ਦਾ ਐਲਾਨ ਵੀ ਜਿਹੜਾ ਸੀ ਉਹ ਕਰ ਦਿੱਤਾ ਗਿਆ। ਦੂਜੇ ਪਾਸੇ ਅਕਾਲੀ ਦਲ ਨੇ ਐਲਾਨ ਕੀਤਾ, ਸਰਕਾਰ ਦੀ ਸਿੱਧੀ ਟੱਕਰ ਜਿਹੜੀ ਸੀ ਹੁਣ ਅਕਾਲੀ ਦਲ ਨਾਲ ਹੋਣੀ ਸ਼ੁਰੂ ਹੋ ਗਈ। ਇਹ ਜੱਥਾ 29 ਮਈ ਨੂੰ ਚੱਲਿਆ ਸੀ, 30 ਮਈ ਨੂੰ ਫਿਰ 11 ਜੱਥਿਆਂ ਦੇ ਗ੍ਰਿਫਤਾਰੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਹਫ਼ਤੇ ਮਗਰੋਂ ਸਿਰਫ ਅੰਮ੍ਰਿਤਸਰ ਹੀ ਨਹੀਂ, ਬਲਕਿ ਲੁਧਿਆਣਾ, ਪਟਿਆਲਾ ਤੇ ਹੋਰ ਸ਼ਹਿਰਾਂ ਦੇ ਵਿੱਚ ਪੰਜਾਬੀ ਸੂਬੇ ਦੇ ਮੋਰਚਿਆਂ ਲਈ ਗ੍ਰਿਫਤਾਰੀਆਂ ਸ਼ੁਰੂ ਹੋ ਗਈਆਂ। ਲੋਕ ਗ੍ਰਿਫਤਾਰੀਆਂ ਦੇਣ ਲੱਗ ਪਏ। ਅੰਮ੍ਰਿਤਸਰ ਤੇ ਲੁਧਿਆਣਾ ਤੋਂ ਤਾਂ ਜੱਥੇ ਹਰ ਰੋਜ਼ ਗ੍ਰਿਫਤਾਰੀ ਦੇਣ ਵਾਸਤੇ ਆਪਣੇ ਆਪ ਨੂੰ ਪੇਸ਼ ਕਰਦੇ। ਹਾਲਾਂਕਿ ਇਹਨਾਂ ਗ੍ਰਿਫਤਾਰੀਆਂ ਦਾ ਕੋਈ ਮਤਲਬ ਨਹੀਂ ਸੀ, ਕਿਉਂਕਿ ਅਕਾਲੀ ਦਲ ਨੇ ਕੋਈ ਮੋਰਚਾ ਨਹੀਂ ਸੀ ਅਜੇ ਲਾਇਆ। ਇਹ ਸਿਰਫ 12 ਜੂਨ ਨੂੰ ਸੜ ਦੇ ਦਿਨ ਦਿੱਲੀ ਵਿੱਚ ਇੱਕ ਜਲੂਸ ਕੱਢਣ ਦਾ ਐਲਾਨ ਕੀਤਾ ਸੀ। ਪਰ ਜਦੋਂ ਪੁਲਿਸ ਨੇ ਧੱਕੇਸ਼ਾਹੀ ਤੇ ਜ਼ੁਲਮ ਦੀ ਹੱਦ ਕਰਤੀ ਤਾਂ ਅਕਾਲੀ ਦਲ ਨੇ ਫਿਰ 8 ਜੂਨ ਦੇ ਦਿਨ ਪੰਜਾਬ ਵਿੱਚ ਹੜਤਾਲ ਕਰਨ ਦਾ ਐਲਾਨ ਕੀਤਾ। ਇਸ ਹੜਤਾਲ ਦੇ ਨਾਂ ਤੇ ਛੋਟੇ ਤੋਂ ਛੋਟਾ ਕਾਂਗਰਸੀ ਤੇ ਜਨਸੰਘੀ ਜਿਹੜੇ ਸੀ ਉਹ ਵੀ ਸਿੱਖਾਂ ਵੱਲ ਜ਼ਹਿਰ ਉਗਲਣ ਲਈ ਪਹਿਲਾਂ ਹੀ ਤਿਆਰ ਬੈਠੇ ਸਨ। ਕੈਰੋਂ ਦੀ ਪੁਲਿਸ ਨੇ ਉਸ ਨੂੰ ਹੀ ਅਕਾਲੀ ਆ ਕੇ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਡੱਕ ਦਿੰਦੀ, ਜਿਹੜਾ ਵੀ ਪੰਜਾਬੀ ਸੂਬੇ ਦਾ ਨਾਂ ਵੀ ਲੈਂਦਾ। ਗ੍ਰਿਫਤਾਰੀਆਂ ਇੰਨੀ ਤੇਜ਼ੀ ਨਾਲ ਹੋ ਗਈਆਂ ਕਿ ਤਕਰੀਬਨ 5000 ਸਿੱਖ ਜਿਹੜਾ 7 ਜੂਨ ਤੱਕ ਗ੍ਰਿਫਤਾਰ ਕਰ ਲਿਆ ਗਿਆ ਸੀ। ਪਰ ਮੈਂ ਪਹਿਲਾਂ ਹੀ ਬੇਨਤੀ ਕੀਤੀ ਹੈ ਵੀ ਇੰਨੀਆਂ ਗ੍ਰਿਫਤਾਰੀਆਂ ਹੋਣ ਦੇ ਬਾਵਜੂਦ ਵੀ ਹੌਸਲੇ ਵਿੱਚ ਕੋਈ ਕਮੀ ਨਹੀਂ ਸੀ ਆਈ। 8 ਜੂਨ ਨੂੰ ਪੰਜਾਬ ਦੇ ਹਰ ਸ਼ਹਿਰ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਪੁਲਿਸ ਦੇ ਸਿਪਾਹੀ ਚੱਕਰ ਕਰਦੇ ਰਹੇ। ਜਿੱਦਣ ਬੰਦ ਦਾ ਐਲਾਨ ਸੀ, ਜੋ ਦੁਕਾਨਾਂ ਬੰਦ ਕਰਨ ਵਾਲੇ ਦੁਕਾਨਦਾਰਾਂ ਨੂੰ ਡਰਾ ਧਮਾ ਕੇ ਦੁਕਾਨਾਂ ਖੁਲਾਉਂਦੇ ਰਹੇ। ਪੁਲਿਸ ਦੇ ਇਸ ਧੱਕੇ ਦੇ ਬਾਵਜੂਦ ਵੀ ਤਕਰੀਬਨ 75% ਤੋਂ ਵੱਧ ਦੁਕਾਨਦਾਰਾਂ ਨੇ ਹੜਤਾਲ 'ਚ ਪੂਰਾ ਹਿੱਸਾ ਲਿਆ। ਮੈਂ ਇੱਕ ਹੋਰ ਇੱਥੇ ਬੇਨਤੀ ਕਰਨੀ ਚਾਹੁੰਦਾ, ਜਦੋਂ ਵੀ ਹੜਤਾਲਾਂ ਹੁੰਦੀਆਂ ਨੇ ਇਹ 'ਚ ਨੁਕਸਾਨ ਹਮੇਸ਼ਾ ਸ਼ਹਿਰੀ ਤਬਕੇ ਦਾ ਹੁੰਦਾ ਹੈ, ਕਿਉਂਕਿ ਬਿਜ਼ਨਸ ਜ਼ਿਆਦਾ ਸ਼ਹਿਰਾਂ ਦੇ ਵਿੱਚ ਕੀਤਾ ਜਾਂਦਾ ਹੈ, ਪਿੰਡਾਂ ਵਿੱਚ ਜ਼ਿਆਦਾ ਖੇਤੀ ਹੁੰਦੀ। ਜਦੋਂ ਹੜਤਾਲ ਹੁੰਦੀ ਉਦੋਂ ਨੁਕਸਾਨ ਹਮੇਸ਼ਾ ਸ਼ਹਿਰੀ ਤਬਕੇ ਦੇ ਵਿੱਚ ਹੀ ਜਾਤੇ ਹੁੰਦਾ ਹੈ। ਹਾਲਾਂਕਿ 75% ਜਿਹੜਾ ਸਿੱਖ ਸੀ, ਜਿਹੜਾ ਸਿੱਖਾਂ ਨੇ ਤਾਂ 100% ਹੀ ਕਹਿ ਸਕਦਾ, ਟੋਟਲ 75% ਬਾਜ਼ਾਰ ਬੰਦ ਰਹੇ, ਹੜਤਾਲ ਰਹੀ। 25% ਦੂਜੇ ਲੋਕ ਸਨ ਜਿਨ੍ਹਾਂ ਨੇ ਇਹਨਾਂ ਦੇ ਹੜਤਾਲ 'ਚ ਹਿੱਸਾ ਨਹੀਂ ਲਿਆ। ਇੱਕ ਗੱਲ ਮੈਂ ਇੱਥੇ ਹੋਰ ਵੀ ਕਰਨੀ ਚਾਹੁੰਦਾ, ਜਿਹੜੀ ਬਹੁਤ ਵੱਡੀ ਕਮਜ਼ੋਰੀ ਸਾਡੇ ਵਿੱਚ ਆਈ ਅਕਾਲੀ ਦਲ ਦੇ ਵਿੱਚ, ਜਿਹੜੇ ਅਕਾਲੀ ਦਲ ਨੂੰ ਬਹੁਤ ਵੱਡਾ ਨੁਕਸਾਨ, ਅੱਜ ਵੀ ਉਹ ਕੰਮ ਚੱਲਦਾ। ਮੈਂ
ਤੁਹਾਨੂੰ ਉਦਾਹਰਨ ਅੱਗੇ ਜਾ ਕੇ ਦਿਆਂਗਾ ਵੀ ਇਹ ਉਹ ਲੋਕ ਨੇ, ਨੁਕਸਾਨ ਉਹਨਾਂ ਦਾ ਹੁੰਦਾ ਹੈ ਆਰਥਿਕ ਤੌਰ ਤੇ ਹੋਵੇ ਜਾਂ ਜਿੱਦਾਂ ਦਾ ਹੋਵੇ, ਜਿਨ੍ਹਾਂ ਨੂੰ ਭਾਪੇ ਭਾਪੇ ਕਹਿ ਕੇ ਭੰਡਿਆ ਜਾਂਦਾ ਸੀ। ਇਹ ਅਕਾਲੀ ਦਲ ਦੇ ਵਿੱਚ ਇਹ ਇੱਕ ਬੜਾ ਵੱਡਾ ਗੁਨਾਹ ਜਿਹੜਾ ਹੈ ਉਹ ਆ ਕੇ ਵੜ ਗਿਆ ਵਿੱਚ। ਇੱਕ ਜੱਟ ਤੇ ਇੱਕ ਭਾਪਾ ਦਾ ਸਵਾਲ ਜਿਹੜਾ ਸੀ ਖੜਾ ਕੀਤਾ ਗਿਆ। ਸ਼ਹਿਰੀਆਂ ਨੂੰ ਭਾਪੇ ਕਿਹਾ ਜਾਂਦਾ ਤੇ ਆਪਣੇ ਆਪ ਨੂੰ ਜੱਟ ਕਹਿ ਕੇ ਸੁਪਰੀਮ ਕਿਹਾ ਜਾਂਦਾ। ਇਸ ਫਿਰ ਭਾਪੇ ਕਹਿ ਕੇ ਭੰਡਿਆ ਜਾਂਦਾ ਸੀ ਵੀ ਇਹ ਤਾਂ ਭਾਪੇ ਨੇ, ਇਹਨਾਂ ਨੂੰ ਕਿਹੜਾ ਸਿੱਖੀ ਦਾ ਕੋਈ ਵਾਸਤਾ। ਹਾਲਾਂਕਿ ਸਿੱਖੀ ਜਿਹੜੀ ਹੈ ਸ਼ਹਿਰੀ ਸਿੱਖਾਂ ਨੇ ਬਚਾ ਕੇ ਰੱਖੀ ਹੋਈ ਸੀ। ਤਾਂ ਮੈਂ ਇੱਥੇ ਇਹ ਗੱਲ ਕਰਨਾ ਵੀ ਇਹ ਉਹ ਲੋਕ ਨੇ ਜਿਨ੍ਹਾਂ ਨੇ ਕੈਰੋ ਦਾ ਰੱਜ ਕੇ ਜ਼ੁਲਮ ਸਿਆ, ਆਰਥਿਕ ਤੌਰ ਤੇ ਵੀ ਹੜਤਾਲਾਂ ਦੇ ਵਿੱਚ ਹਿੱਸਾ ਲੈ ਕੇ ਆਪਣਾ ਨੁਕਸਾਨ ਕਰਾਇਆ, ਔਰ ਬੜੀਆਂ ਗ੍ਰਿਫਤਾਰੀਆਂ ਦੇ ਕੇ ਵੀ ਪੰਜਾਬੀ ਸੂਬੇ ਦੇ ਮੋਰਚੇ ਵਿੱਚ ਸ਼ਹਿਰੀ ਸਿੱਖਾਂ ਨੇ ਬੇਹੱਦ ਗ੍ਰਿਫਤਾਰੀਆਂ ਦਿੱਤੀਆਂ, ਜਿਨ੍ਹਾਂ ਨੂੰ ਬਾਅਦ ਚ ਭਾਪੇ ਕਹਿ ਕੇ, ਜਦੋਂ ਕਹਿੰਦੇ ਨੇ ਰੋਟੀ ਵੀ ਥਾਲੀ ਵਿੱਚ ਰੋਟੀ ਪਾ ਕੇ ਮਿਲ ਜਾਏ ਤਾਂ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਜਿਹੜੇ ਜਿਨ੍ਹਾਂ ਨੇ ਆਪ ਸ਼ਾਮਲ ਹੁੰਦੇ ਨੇ ਉਹਨਾਂ ਨੂੰ ਭੰਡ ਦਿੱਤਾ ਜਾਂਦਾ, ਇਹ ਵੀ ਭੰਡਿਆ ਗਿਆ। ਤੇ ਇਹਦਾ ਨੁਕਸਾਨ ਅੱਜ ਅਕਾਲੀ ਦਲ ਨੂੰ ਹੋ ਰਿਹਾ ਹੈ, ਹੋ ਰਿਹਾ ਹੈ। ਉਧਰ ਪੰਜਾਬ ਸਰਕਾਰ ਨੇ ਫਿਰ 12 ਜੂਨ ਨੂੰ ਦਿੱਲੀ ਦੇ ਵਿੱਚ ਕੱਢੇ ਜਾਣ ਵਾਲੇ ਜਲੂਸ ਨੂੰ ਰੋਕਣ ਵਾਸਤੇ ਸਕੀਮਾਂ ਘੜਨੀਆਂ ਸ਼ੁਰੂ ਕਰਤੀਆਂ ਵੀ ਕਿਹੜਾ ਢੰਗ ਹੈ ਰੋਕੀਏ। ਹਾਲਾਂਕਿ 15 ਦਿਨ ਪਹਿਲਾਂ ਡਿਪਟੀ ਕਮਿਸ਼ਨਰ ਦਿੱਲੀ ਨੇ ਜਲੂਸ ਕੱਢਣ ਵਾਸਤੇ ਦਰਖਾਸਤ ਵੀ ਉਹਨੂੰ ਦਿੱਤੀ ਜਾ ਚੁੱਕੀ ਸੀ, ਪਰ ਪੰਜਾਬ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋ, ਪੰਡਿਤ ਜਵਾਹਰ ਲਾਲ ਨਹਿਰੂ, ਪੰਡਿਤ ਪੰਤ ਇਹ ਸਾਰਾ ਜ਼ੋਰ ਲਾ ਰਹੇ ਸਨ ਕਿ ਕਿਸੇ ਤਰੀਕੇ ਨਾਲ ਜਾਂ ਤਾਂ ਜਲੂਸ ਨਿਕਲਣ ਦਿੱਤਾ ਜਾਏ, ਜੇ ਜਲੂਸ ਨਿਕਲਣਾ ਸ਼ੁਰੂ ਹੋ ਜਾਏ ਤਾਂ ਉਸ ਵਿੱਚ ਸ਼ਾਮਲ ਸਿੱਖਾਂ ਦੀ ਇੰਨੀ ਕੁ ਮਾਰ ਕੁੱਟ ਕਰ ਦਿੱਤੀ ਜਾਏ ਕਿ ਅਕਾਲੀ ਦਲ ਮੋਰਚਿਆਂ ਤੋਂ ਤੋਬਾ ਜਿਹੜਾ ਕਰਨ ਲੱਗ ਪਿਆ। ਇਹ ਖਬਰ 1974 ਦੇ ਵਿੱਚ ਇੱਕ ਲੇਖ ਛਪਿਆ ਸੀ, ਗੁਰਮੁਖ ਸਿੰਘ ਮੁਸਾਫਰ ਦਾ ਲੇਖ 5 ਪਾਣੀ, ਜੁਲਾਈ ਦੇ ਵਿੱਚ। ਉਹਨਾਂ ਨੇ ਸਾਰੀ ਡਿਟੇਲ ਲਿਖੀ ਹੈ। BN ਮਲਕ, ਮਾਈ ਡੇਜ਼ ਵਿਦ ਨਹਿਰੂ, ਸਫਾ 437 ਦੇ ਉੱਤੇ ਉਹਨਾਂ ਨੇ ਲਿਖਿਆ ਇਹਦਾ ਵੇਰਵਾ, ਇਸ ਗੱਲ ਦਾ ਜਿਹੜਾ ਮੈਂ ਜ਼ਿਕਰ ਕੀਤਾ। ਤੇ ਗੁਰਮੁਖ ਸਿੰਘ ਦੇ ਮੁਸਾਫਰ ਦਾ ਲੇਖ 5 ਪਾਣੀ, ਜੁਲਾਈ 1974 ਦੇ ਵਿੱਚ ਛਪਿਆ ਸੀ, ਜਿਨ੍ਹਾਂ ਨੇ ਇਹ ਸਾਰਾ ਉਹਦੇ 'ਚ ਲਿਖਿਆ ਹੋਇਆ। ਪੰਜਾਬ ਸਰਕਾਰ ਨੇ ਪੰਜਾਬ ਦੇ ਹਰ ਰੇਲਵੇ ਸਟੇਸ਼ਨ ਦੇ ਉੱਤੇ ਪੁਲਿਸ ਦਾ ਪਹਿਰਾ ਲਾਤਾ। ਜਿਹੜਾ ਵੀ ਦਿੱਲੀ ਦੇ ਸਿੱਖ ਦਿੱਲੀ ਦੀ ਟਿਕਟ ਲੈਂਦਾ ਉਹਨੂੰ ਰੋਕ ਕੇ ਪੂਰੀ ਪੁੱਛ ਪੜਤਾਲ ਕੀਤੀ ਜਾਂਦੀ। ਪੁਲਿਸ ਦੀ ਤਸੱਲੀ ਨਾ ਕਰਵਾਦਾ ਉਹਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ 'ਚ ਭੇਜ ਦਿਓ। ਬੱਸ ਅੱਡਿਆਂ ਤੇ ਵੀ ਪਹਿਰੇ ਲੱਗ ਗਏ। 9 ਤੋਂ 12 ਜੂਨ ਤੱਕ ਹਜ਼ਾਰਾਂ ਸਿੱਖਾਂ ਨੂੰ ਸਟੇਸ਼ਨ ਤੇ ਬੱਸ ਅੱਡਿਆਂ ਤੋਂ ਗ੍ਰਿਫਤਾਰ ਕਰਕੇ ਜੇਲ੍ਹਾਂ 'ਚ ਸੁੱਟਤਾ ਗਿਆ। 11 ਤਰੀਕ ਨੂੰ, ਇਕੱਲੇ 11 ਤਰੀਕ ਨੂੰ ਹੀ 2000 ਤੋਂ ਵੱਧ ਦਿੱਲੀ ਪੰਜਾਬ ਸਰਹੱਦ ਦੇ ਉੱਤੇ ਹੀ ਸਿੱਖ ਗ੍ਰਿਫਤਾਰ ਕੀਤੇ ਗਏ। ਤੇ ਦਿੱਲੀ ਦੇ ਵਿੱਚ ਵੀ ਸੈਂਕੜੇ ਦੀ ਗਿਣਤੀ 'ਚ ਅਕਾਲੀ ਲੀਡਰ ਤੇ ਵਰਕਰ ਗ੍ਰਿਫਤਾਰ ਹੋਏ, ਜੇਲ੍ਹ ਭੇਜਤੇ। ਪਰ ਜਥੇਦਾਰ ਸ਼ਪਾਲ ਸਿੰਘ ਜੀ ਤੇ ਜਗਤਾਰ ਸਿੰਘ ਜੀ, ਉਹਨਾਂ ਦੇ ਕਈ ਹੋਰ ਸਾਥੀ ਪੁਲਿਸ ਨੂੰ ਇਹ ਕਹਿ ਦਈਏ ਪੁਲਿਸ ਨੂੰ ਧੋਖਾ ਦੇ ਕੇ ਜਾਂ ਝਕਾਨੀ ਦੇ ਕੇ, ਅਸੀਂ ਲਫ਼ਜ਼ ਵਰਤੇ ਆਮ ਤੌਰ ਤੇ ਪੰਜਾਬੀ ਬੋਲੀ 'ਚ, ਉਹ ਗੁਰਦੁਆਰਾ ਸੀਸਗੰਜ 'ਚ ਪਹੁੰਚ ਗਏ। ਜਦ ਉਹ ਲੁਕ ਛੁਪ ਕੇ ਕਹਿ ਲਈਏ, ਪੁਲਿਸ ਤੋਂ ਅੱਖਾਂ ਦੇ ਉਹਲੇ ਹੋ ਕੇ ਕਹਿ ਲਈਏ, ਲਫ਼ਜ਼ ਜਿਹੜੇ ਮਰਜ਼ੀ, ਪਰ ਅਸੀਂ ਪਿੰਡਾਂ 'ਚ ਆਮ ਤੌਰ ਤੇ ਲਫ਼ਜ਼ ਵਰਤਿਆ ਜਾਂਦਾ ਸੀ ਝਕਾਨੀ ਦੇ ਕੇ, ਭਾਵ ਪੁਲਿਸ ਨੂੰ ਇੱਕ ਪਾਸੇ ਕਰਕੇ ਜਾਂ ਉਹਨਾਂ ਨੂੰ ਬਚ ਕੇ ਨਿਕਲ ਜਾਣਾ, ਉਹਨੂੰ ਕਹਿੰਦੇ ਝਕਾਨੀ ਦੇਣੀ। ਤੇ ਉਹ ਐਲਾਨ ਕਰ ਦਿੱਤਾ ਉੱਥੇ ਜਾ ਕੇ ਉਹਨਾਂ ਨੇ ਸੀਸਗੰਜ ਗੁਰਦੁਆਰਾ ਦੇ 12 ਜੂਨ ਦਾ ਜਲੂਸ ਜਿਹੜਾ ਅਵਸ਼ ਨਿਕਲੇਗਾ। ਤਾਂ 10 ਜੂਨ ਨੂੰ ਦਿੱਲੀ ਦੇ ਡਿਪਟੀ ਕਮਿਸ਼ਨਰ ਬੈਨਰਜੀ ਨੇ ਸਿੱਖਾਂ ਦੇ ਜਲੂਸ ਤੇ ਪਾਬੰਦੀ ਲਾ ਦਿੱਤੀ। ਪੰਜਾਬ ਸਰਕਾਰ ਨੇ ਇਸ ਜਲੂਸ ਨੂੰ ਨਾ ਨਿਕਲਣ ਦੇਣ ਦਾ ਐਲਾਨ ਕਰ ਦਿੱਤਾ। ਇਹਦੇ ਨਾਲ ਹੀ ਪੰਜਾਬ ਤੇ ਦਿੱਲੀ ਦੇ ਸਰਹੱਦ ਸੀਲ ਕਰ ਦਿੱਤੀ। ਦਿੱਲੀ ਵਿੱਚ ਸਾਰੇ ਪੁਲਿਸ ਨਾਕੇ ਜਿਹੜੇ ਲਾ ਦਿੱਤੇ ਗਏ। ਗੱਡੀਆਂ ਤੇ ਬੱਸਾਂ ਹੀ ਨਹੀਂ, ਦਿੱਲੀ ਵੱਲ ਸਾਈਕਲਾਂ ਤੇ ਆਉਣ ਵਾਲੇ ਤੇ ਪੈਦਲ ਦਾਖਲ ਹੋਣ ਵਾਲੇ ਸਿੱਖ ਵੀ ਗ੍ਰਿਫਤਾਰ ਕਰ ਲਏ ਗਏ। ਹੋਰ ਤਾਂ ਹੋਰ ਕਚਹਿਰੀਆਂ ਵਿੱਚ ਜਿਹੜੇ ਤਰੀਕ ਭੁਗਤਣ ਆਏ ਸੀ, ਪੇਸ਼ੀਆਂ ਭੁਗਤਣ ਆਏ ਸੀ, ਉਹਨਾਂ ਸਿੱਖਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਹਾਲਾਤ ਦੇਖੋ ਕਿੱਥੇ ਤੱਕ ਪਹੁੰਚ ਜਾਂਦੇ ਹਨ। ਸਰਕਾਰਾਂ ਦੇ ਹੱਥ ਕਿੱਡੇ ਲੰਬੇ ਹੁੰਦੇ ਨੇ, ਸਰਕਾਰਾਂ ਕੀ ਕੁਝ ਕਰਦੀਆਂ ਨੇ। ਫਿਰ ਜਦੋਂ ਪੁਲਿਸ ਨੇ ਇਹੋ ਜਿਹੇ ਕੰਮ ਸ਼ੁਰੂ ਕੀਤੇ ਤੇ ਸਿੱਖਾਂ ਨੇ ਵੀ ਚਲਾਕੀ ਵਾਲੇ ਤਰੀਕੇ ਅਪਣਾਉਣੇ ਸ਼ੁਰੂ ਕੀਤੇ। ਕਈਆਂ ਨੇ ਨੌਜਵਾਨ ਸਿਹਰੇ ਬੰਨ ਲਏ, ਵਿਆਹ ਦੇ ਲਾੜੇ ਬਣ ਗਏ ਤੇ ਝਕਾਨੀ ਦਾ ਅਰਥ ਚੱਕਮਾ ਜੀ। ਮੈਂ ਮੈਸੇਜ ਆਇਆ ਮੈਨੂੰ ਤਾਂ ਮੈਂ ਲਫ਼ਜ਼ ਚੱਕਮਾ ਦੇ ਕੇ ਲਫ਼ਜ਼ ਵੀ ਇਸਤੇਮਾਲ ਕਰ ਲਿਆ, ਜਿਹੜਾ ਮੈਨੂੰ ਯਾਦ ਨਹੀਂ ਸੀ ਆ ਰਿਹਾ। ਧੰਨਵਾਦ ਜੀ ਆਪ ਜੀ ਦਾ। ਤਾਂ ਉਹ ਕਈਆਂ ਨੇ ਸਿਹਰੇ ਬੰਨ ਲਏ,
ਕਈ ਕਿਸੇ ਢੰਗ ਦੇ ਨਾਲ, ਕਈ ਮਰੀਜ਼ ਬਣ ਗਏ। ਇੱਦਾਂ ਬੱਸਾਂ ਬਰਾਤੀਆਂ ਦੀ ਸ਼ਕਲ ਜਿਹੜੇ ਸਿਰੇ ਬਣ ਗਏ, ਬੱਸਾਂ ਭਰ ਕੇ ਵੀ ਅਸੀਂ ਬਰਾਤ ਜਾ ਰਹੀ ਹੈ, ਉਹ ਜੱਥੇ ਸਿਰ ਪੁਲਿਸ ਇਸ ਚਾਲ ਨੂੰ ਨਾ ਸਮਝ ਸਕੀ। ਇਸ ਤਰ੍ਹਾਂ ਹਜ਼ਾਰਾਂ ਸਿੱਖ ਜਿਹੜੇ ਸੀ ਉਹ ਬਰਾਤੀਆਂ ਦੇ ਜਾਂ ਜਾਂਜੀਆਂ ਦੇ ਸ਼ਕਲ ਵਿੱਚ ਦਿੱਲੀ 'ਚ ਦਾਖਲ ਹੋਣ 'ਚ ਕਾਮਯਾਬ ਹੋ ਗਏ। ਇਹ ਮੈਨੂੰ ਯਾਦ ਹੈ ਜਦੋਂ ਅਸੀਂ ਬਾਅਦ ਦੇ ਵਿੱਚ ਵੀ ਮੋਰਚੇ ਲੱਗਦੇ ਰਹੇ ਤਾਂ ਸਾਡੇ ਆਪਣੇ ਵੀ ਦੇ ਪਰਿਵਾਰ ਦੇ ਜਿਹੜੇ ਜੀ ਸੀ ਉਹ ਭੇਸ ਬਦਲ ਕੇ ਜਾਂਦੇ ਰਹੇ ਇਹਨਾਂ ਮੋਰਚਿਆਂ 'ਚ ਸ਼ਾਮਲ ਹੋਣ ਲਈ। 12 ਜੂਨ ਦੀ ਸਵੇਰ ਨੂੰ ਸੀਸਗੰਜ ਗੁਰਦੁਆਰਾ ਸਾਹਿਬ ਦੇ ਨੇੜੇ ਦੀ ਗਰਾਊਂਡ ਵਿੱਚ ਸਿੱਖਾਂ ਦਾ ਵੱਡਾ ਇਕੱਠ ਜਿਹੜਾ ਸੀ ਉਹ ਇਕੱਠਾ ਹੋ ਗਿਆ। ਇਉਂ ਜਾਪਦਾ ਸੀ ਵੀ ਠਾਠਾ ਮਾਰਦਾ, ਜਿਵੇਂ ਅਸੀਂ ਸਮੁੰਦਰ ਕਹਿ ਸਕਦੇ ਹਾਂ ਲਫ਼ਜ਼ ਵਰਤ ਲਈਏ, ਤਾਂ ਉਹ ਵੀ ਅਤਕਥਨੀ ਨਹੀਂ ਹੋਏਗੀ। ਹੁਣ ਇੱਥੇ ਸਿੱਖਾਂ ਦੇ ਉੱਤੇ ਕਹਿਰ ਕਮਾਉਂਦਾ ਕਿਵੇਂ ਹੋਇਆ? 12 ਜੂਨ ਦੇ ਦਿਨ ਦੇ ਜਲੂਸ ਸ਼ਾਮ 4 ਵਜੇ ਨਿਕਲਣਾ ਸੀ। ਦੁਪਹਿਰੇ 12 ਵਜੇ ਦੇ ਕਰੀਬ 10 ਤੋਂ 20 ਹਜ਼ਾਰ ਤੱਕ ਸਿੱਖ ਗੁਰਦੁਆਰਾ ਸੀਸਗੰਜ ਵਿੱਚ ਪਹੁੰਚ ਗਏ ਸਨ। ਸੀਸਗੰਜ ਦੇ ਨੇੜੇ ਦੀ ਗਰਾਊਂਡ 'ਚ ਇੱਕ ਧਾਰਮਿਕ ਸਮਾਗਮ ਚੱਲ ਰਿਹਾ ਸੀ। ਅੱਧੇ ਘੰਟੇ ਮਗਰੋਂ ਪੁਲਿਸ ਨੇ ਗਰਾਊਂਡ ਨੂੰ ਘੇਰਾ ਪਾ ਲਿਆ। ਪੁਲਿਸ ਸਮਾਗਮ ਵਿੱਚ ਲੱਗੇ ਲਾਊਡ ਸਪੀਕਰ ਵੀ ਖੋਹ ਕੇ ਲੈ ਗਈ। ਤੇ ਪੁਲਿਸ ਨੇ ਬਹਾਨਾ ਇਹ ਬਣਾਇਆ ਕਿ ਸਿੱਖਾਂ ਨੇ ਲਾਊਡ ਸਪੀਕਰ ਵਜਾਉਣ ਦੀ ਇਜਾਜ਼ਤ ਨਹੀਂ ਲਈ। ਉਧਰ ਸਵੇਰ ਤੋਂ ਗੁਰਦੁਆਰਾ ਸੀਸਗੰਜ ਦੇ ਵਿੱਚ ਸਿੱਖਾਂ ਦੀ ਗਿਣਤੀ ਵੱਧਦੀ ਜਾ ਰਹੀ ਸੀ ਤੇ ਦੁਪਹਿਰ ਦੇ 1 ਵਜੇ ਤੱਕ ਹਾਲਤ ਇਹ ਬਣ ਗਈ ਕਿ ਉੱਥੇ ਹੁਣ ਜਗ੍ਹਾ ਹੀ ਨਹੀਂ ਸੀ ਵੀ ਕਿੱਥੇ ਹੋਰ ਬੰਦੇ ਇਕੱਠੇ ਕੀਤੇ ਜਾਣ। ਜਲੂਸ ਦਾ ਵਕਤ ਜਿਹੜਾ 4 ਵਜੇ ਦਾ ਐਲਾਨ ਕੀਤਾ ਹੋਇਆ ਸੀ, ਉਹ 1 ਵਜੇ ਤੱਕ ਗੁਰਦੁਆਰੇ ਦੇ ਨਾਲ ਲੱਗਦੀ ਕੋਤਵਾਲੀ ਵਿੱਚ ਵੀ ਭਾਰੀ ਪੁਲਿਸ ਜਿਹੜੀ ਸੀ ਬਿਠਾ ਕੇ ਬਾਹਰ ਪੁਲਿਸ ਨੇ ਵੀ ਛਾਉਣੀ ਪਾ ਲਈ। ਇਉਂ ਕਹਿ ਲਈਏ ਕਿ ਲਾਲ ਕਿਲੇ ਤੱਕ ਪੁਲਿਸ ਜਿਹੜੀ ਸੀ ਉਸ ਵੇਲੇ ਫਿਰਦੀ ਸੀ। ਇਹ ਜਦੋਂ ਮੈਂ ਐਵੇਂ ਹੀ ਗੱਲ ਕਰਦਾ, ਸਿੱਖ ਇੱਕ ਸੁਭਾਅ ਹੈ ਸਿੱਖ ਦਾ ਵੀ ਜਿਵੇਂ ਜਿਵੇਂ ਇਹਨੂੰ ਤਾਇਆ ਜਾਂਦਾ ਹੈ ਤਿਵੇਂ ਤਿਵੇਂ ਇਹਦਾ ਰੋਹ ਹੋਰ ਵੱਧਦਾ ਜਾਂਦਾ ਹੈ। ਸਿੱਖੀ ਸੁਭਾਅ ਦਾ ਇੱਕ ਗੁਣ ਹੈ ਜਿਹੜਾ ਬਹੁਤ ਹੈ। ਜਿਵੇਂ ਜਿਵੇਂ ਇਹਨਾਂ ਤੇ ਸਖਤੀ ਕੀਤੀ ਜਾਂਦੀ ਹੈ, ਇਹਨਾਂ ਨੂੰ ਦੱਬਣ ਦਾ ਯਤਨ ਕੀਤਾ ਜਾਂਦਾ ਹੈ, ਤਿਵੇਂ ਤਿਵੇਂ ਇਹਨਾਂ ਦੇ ਅੰਦਰ ਜੋਸ਼ ਤੇ ਉਤਸ਼ਾਹ ਹੋਰ ਵੱਧਦੇ ਜਾਂਦੇ ਹਨ। ਤੇ ਅੱਜ ਦਾ ਨਹੀਂ ਹੈ, ਸ਼ੁਰੂ ਤੋਂ ਗੁਰੂ ਕਾਲ ਤੋਂ ਹੀ ਚੱਲਦਾ ਹੈ। ਸਿਰਾਂ ਦੇ ਮੁੱਲ ਰੱਖ ਦਿੱਤੇ ਗਏ ਤੇ ਕੁਰਬਾਨੀਆਂ ਦੇਣ ਵਾਲਿਆਂ ਦਾ ਕੋਈ ਅੰਤ ਨਾ ਰਿਹਾ। ਜੰਗਲਾਂ 'ਚ ਚਲੇ ਗਏ ਤਾਂ ਵੀ ਸਿੱਖ ਜਿਹੜੇ ਸੀ ਆਪਣੇ ਆਪ ਨੂੰ ਹੋਰ ਜੋਸ਼ ਨਾਲ ਅੱਗੇ ਕਾਇਮ ਕੀਤਾ, ਚੱਖੜੀਆਂ ਤੇ ਚੜ੍ਹ ਗਏ। ਇਹ ਸਰਕਾਰ ਦੀ ਸਖਤੀ ਦੇ ਅੱਗੇ ਸਿੱਖਾਂ ਨੇ ਕਦੀ ਆਪਣੇ ਹਾਰ ਨਹੀਂ ਮੰਨੀ ਔਰ ਇਹ ਇਤਿਹਾਸ ਦੁਹਰਾਉਂਦਾ ਹੈ ਆਪਣੇ ਆਪ ਨੂੰ ਕਿ 1920 1921 ਨਨਕਾਣਾ ਸਾਹਿਬ 'ਚ 150 ਸਿੱਖ ਸ਼ਹੀਦ ਕਰਾਉਣ ਤੋਂ ਬਾਅਦ ਵੀ ਕਰਤਾਰ ਸਿੰਘ ਝੱਬਰ ਨੇ ਇਹ ਐਲਾਨ ਕੀਤਾ ਸੀ ਉਸ ਵੇਲੇ ਵੀ ਜਦੋਂ ਉਹਨਾਂ ਨੇ ਕਿਹਾ आगे गोरा हो जाए गोरा हो जाए आगे मत बढ़ो गोली चल जाएगी, तो अगों करतार सिंह झब्बर का जवाब सी आप गोली चलाओ और फिर मेरे जवानों के हाथ देखो। मतलब उस वेले इन्ना जोश अंदर पैदा हो गया सी। सिख सुभाਅ है। सिख पुलिस दे नाल हथों पैर दे मूड दे विच भी नजर आउण लग पे भी जे इन्हां ने ये सिख साडे ते सख्ती कीती ते हथों हथों अभी भी सिखा जे पुलिस दे लड़ना पिया तां असीं इत्थे लड़ांगे। जदों ये हालात देखे तो कैरो सरकार का वजीर ज्ञानी करतार सिंह, जथेदार संतोख सिंह दिल्ली ते उन्हां दे कोई साथी भी डेरा ला के बैठे सन। ये दोपहर 2 बजे तक गुरुद्वारा सीसगंज में 30,000 तो बाद जो सिख इकट्ठा हो गया तो इन्हां ने इन्नी सिखा नूं देख के कांग्रेसी आगू तक घबरा गए। उन्हां दे अंदर तो डर सी कि सिख धक्के नाल जलूस कड्ढण विच कामयाब हो गए तो फिर सरकार ते पुलिस की बेइज्जती होएगी। जे जलूस रोकण वास्ते लाठी चार्ज जां अथरू गैस जां गोली चलाई तो ये सिखां नूं फिर फायदा पहुंचेगा, मूवमेंट होर तेज हो जाएगी तो सरकार के खिलाफ रोस जिहड़ा है होर वधेगा। ये हुंदा ही है। तो इस मौके ते दुनिया भर दीआं अखबारां दे प्रैस रिपोर्टर भी उत्थे पहुंच चुके सी। बाहर कोई है? बाहर कोई है? दुनिया दे अच्छा ਪ੍ਰੈਸ ਰਿਪੋਰਟਰ ਵੀ ਉੱਥੇ ਪਹੁੰਚ ਚੁੱਕੇ ਸਨ। ਇੱਕ ਸਪੀਕਰ ਤੋਂ ਅਚਾਨਕ ਐਲਾਨ ਕਰ ਦਿੱਤਾ ਕਿ ਸਰਕਾਰ ਨੇ ਜਲੂਸ ਕੱਢਣ ਦੀ ਇਜਾਜ਼ਤ ਦੇ ਦਿੱਤੀ ਹੈ। ਸਿੱਖ ਜਕਾਰੇ ਗਿਰਾਉਂਦੇ ਲਾਲ ਕਿਲੇ ਵੱਲ ਵਧੇ। ਥੋੜੀ ਦੇਰ ਤੇ ਪੁਲਿਸ ਅੱਗੇ ਖੜੀ ਸੀ। ਜਿਉਂ ਜਲੂਸ ਤੇ ਪਹੁੰਚਿਆ ਉਹਨਾਂ ਨੂੰ ਫੜ ਕੇ ਗੱਡੀਆਂ ਭਰ ਕੇ ਗੱਡੀਆਂ 'ਚ ਸੁੱਟਣਾ ਸ਼ੁਰੂ ਕਰਤਾ।
ਤੇ ਕੁਝ ਹੀ ਮਿੰਟਾਂ ਦੇ ਵਿੱਚ ਸੈਂਕੜੇ ਸਿੱਖ ਗ੍ਰਿਫਤਾਰ ਕਰਕੇ ਜੇਲ੍ਹ 'ਚ ਭੇਜ ਦਿੱਤੇ ਗਏ। ਦਰਅਸਲ ਜਲੂਸ ਦਾ ਰੂਟ ਹੀ ਨਹੀਂ ਸੀ। ਜਲੂਸ ਨੇ ਘੰਟਾ ਘਰ ਵੱਲੋਂ ਜਾਣਾ ਸੀ। ਸ਼ਾਮ ਦੇ 4 ਵਜੇ ਦੱਸੇ ਵਕਤ ਤੇ ਹਰਬੰਸ ਸਿੰਘ ਦੀ ਅਗਵਾਈ ਵਿੱਚ 4 ਸਿੱਖਾਂ ਦਾ ਪਹਿਲਾ ਜੱਥਾ ਕਾਲੇ ਚੋਲੇ ਪਾ ਕੇ ਨਿਕਲਣਾ ਸੀ। ਪਾਠ ਕਰਦਾ ਹੋਇਆ ਘੰਟਾ ਘਰ ਵੱਲੋਂ ਚੱਲ ਪਿਆ। ਥੋੜੀ ਦੂਰ ਜਾ ਕੇ ਉਹਨਾਂ ਦਾ ਸਾਹਮਣਾ ਪੁਲਿਸ ਦੇ ਨਾਲ ਹੁੰਦਾ ਹੈ ਤੇ ਜਦੋਂ ਪੁਲਿਸ ਦੇ ਸਾਹਮਣੇ ਹੁੰਦੇ ਤਾਂ ਜੱਥੇ ਦੇ ਪਿੱਛੇ ਹਜ਼ਾਰਾਂ ਦੀ ਗਿਣਤੀ 'ਚ ਸਿੱਖ ਪਾਠ ਕਰਦੇ ਹੋਏ ਆ ਰਹੇ ਆ। ਦਿੱਲੀ ਸਰਕਾਰ ਤੇ ਪੰਜਾਬ ਸਰਕਾਰ ਦੀਆਂ ਮਿਲੀਆਂ ਹਦਾਇਤਾਂ ਤੋਂ ਪੁਲਿਸ ਨੇ ਲਾਠੀ ਚਾਰਜ ਕਰਨਾ ਸ਼ੁਰੂ ਕਰ ਦਿੱਤਾ ਤੇ ਲਾਲ ਕਿਲ੍ਹਾ ਘੰਟਾ ਘਰ ਤੋਂ ਲਾਲ ਕਿਲ੍ਹਾ ਇੱਕ ਪਾਸੇ, ਫਤਿਹਪੁਰੀ ਤੱਕ ਦੂਜੇ ਪਾਸੇ ਲਾਠੀ ਚਾਰਜ, ਟੀਅਰ ਗੈਸ ਜਿਹੜੇ ਅਥਰੀ ਗੈਸ ਅਸੀਂ ਕਹਿੰਦੇ ਆ, ਗੋਲਿਆਂ ਜਾਂ ਮੂੰਹ ਗੋਲਿਆਂ ਦੇ ਉੱਤੇ ਜਿਹੜੇ ਟੀਅਰ ਗੈਸ ਦੇ ਗੋਲੇ ਸੀ ਮੀਂਹ ਵਾਂਗੂ ਉਹਦੇ ਸੁੱਟੇ ਗਏ। ਕਿਸੇ ਇੱਕ ਸਿੱਖ ਨੂੰ ਵੀ ਨਹੀਂ ਬਖਸ਼ਿਆ। ਗੁਰਦੁਆਰਾ ਸੀਸਗੰਜ ਦੇ ਸਾਹਮਣੇ ਆ ਕੇ ਪੁਲਿਸ ਨੇ ਸ਼ਾਂਤਮਈ ਖੜੇ ਹੋਏ ਸਿੱਖਾਂ ਦੇ ਉੱਤੇ ਵੀ ਲਾਠੀ ਚਾਰਜ ਕੀਤਾ ਤੇ ਸੈਂਕੜੇ ਸਿੱਖ ਲਾਠੀ ਚਾਰਜ ਦੇ ਵਿੱਚ ਜ਼ਖਮੀ ਹੋਏ। ਲਾਠੀ ਚਾਰਜ ਤੋਂ ਬਾਅਦ ਫਿਰ ਘੋੜਸਵਾਰ ਜਿਹੜੇ ਸਿਪਾਹੀਆਂ ਸੀ ਉਹਨਾਂ ਨੇ ਗਰਾਊਂਡ ਦੇ ਨਾਲ ਲੱਗਦੀਆਂ ਸਾਰੀਆਂ ਸੜਕਾਂ ਦੇ ਉੱਤੇ ਘੋੜੇ ਦੜਾਉਣੇ ਸ਼ੁਰੂ ਕਰਤੇ। ਘੋੜਿਆਂ ਦੀਆਂ ਸੁੰਮਾਂ ਦੇ ਨਾਲ ਵੀ ਸਿੱਖਾਂ ਨੂੰ ਜ਼ਖਮੀ ਕੀਤਾ ਗਿਆ। ਪੈਦਲ ਤੇ ਜੀਪਾਂ ਤੇ ਸਵਾਰ ਹੋ ਕੇ ਪੁਲਿਸ ਜਿਹੜੀ ਹੈ ਉਹ ਵੀ ਲਾਠੀ ਚਾਰਜ ਕਰਦੀ ਹੈ। ਟੀਅਰ ਗੈਸ ਸ਼ਾਮ ਤੱਕ ਦੇਰ ਤੱਕ ਜਿਹੜੀ ਸੀ ਉਹ ਸੁੱਟਦੇ ਰਹੇ, ਉਹਦੇ ਗੋਲੇ ਜਿਹੇ ਸੁੱਟਦੇ ਰਹੇ। ਦਹਿਸ਼ਤ ਦੀ ਹੱਦ ਇੱਥੋਂ ਤੱਕ ਕਿ ਜ਼ਖਮੀ ਤੇ ਸ਼ਹੀਦ ਹੋਏ ਸਿੱਖਾਂ ਨੂੰ ਵੀ ਪੁਲਿਸ ਨੇ ਲਾਰੀਆਂ ਵਿੱਚ ਸੁੱਟ ਕੇ ਥਾਣੇ ਲੈ ਗਏ। ਇੱਕ ਅੰਦਾਜ਼ੇ ਮੁਤਾਬਕ ਅਸੀਂ ਕਹਿ ਸਕਦੇ ਹਾਂ ਕਿ ਘੱਟੋ ਘੱਟ 1 ਦਰਜਨ ਸਿੱਖ ਸ਼ਹੀਦ ਹੋਇਆ ਹੋਵੇਗਾ। ਅੰਦਾਜ਼ਾ ਹੈ, ਮੈਂ ਪੂਰੀ ਫਿਗਰ ਮੈਨੂੰ ਨਹੀਂ ਮਿਲ ਸਕੀ, ਪਰ ਜੋ ਕਿਤਾਬਾਂ ਦੇ ਲਿਖੇ ਹੋਏ ਵਿਦਵਾਨਾਂ ਨੇ ਰਾਏ ਦਿੱਤੀ ਹੈ ਉਹਦੇ ਮੁਤਾਬਕ 1 ਦਰਜਨ ਦੇ ਕਰੀਬ ਸਿੱਖ ਜਿਹੜੇ ਨੇ ਇਹ ਸ਼ਹੀਦ, ਜਦ ਕਿ ਪੁਲਿਸ ਨੇ ਕਿਹਾ ਵੀ ਸਿਰਫ 2 ਸਿੱਖ ਜਿਹੜੇ ਹਨ ਉਹ ਇੱਥੇ ਸ਼ਹੀਦ ਹੋਏ ਹਨ। ਸਿੱਖ ਸੌਮਿਆਂ ਮੁਤਾਬਕ ਜਿਹੜੀਆਂ ਸਿੱਖ ਸੋਰਸਿਸ ਮਿਲਦੇ ਹਨ ਵੀ 1000 ਤੋਂ 1200 ਤੱਕ ਸਿੱਖ ਪੁਲਿਸ ਦੀਆਂ ਲਾਠੀਆਂ ਤੇ ਘੋੜਿਆਂ ਦੀਆਂ ਸੁੰਮਾਂ ਦੇ ਹੇਠ ਦਰੜੇ ਜਾਣ ਕਰਕੇ ਜਿਹੜੇ ਜ਼ਖਮੀ ਹੋਏ। ਜਿਹੜੇ ਸਿੱਖ ਸਰੋਤ ਜਿਹੜੇ ਸਾਨੂੰ ਮਿਲਦੇ ਨੇ ਉਹ ਇਹ ਮਿਲਦੇ ਨੇ। ਤੋ ਇੱਥੇ ਪੁਲਿਸ ਦੀ ਜ਼ੁਲਮ ਦੀ ਹੱਦ ਇੱਥੋਂ ਤੱਕ ਸੀ ਕਿ ਜਿੱਥੇ ਵੀ ਕੋਈ ਪੱਗ ਵਾਲਾ ਨਜ਼ਰ ਆਉਂਦਾ ਉਸ ਨੂੰ ਲਾਠੀਆਂ ਮਾਰ ਕੇ ਜ਼ਖਮੀ ਕਰ ਦਿੱਤਾ ਜਾਂਦਾ। ਇੱਕ ਅੰਦਾਜ਼ੇ ਮੁਤਾਬਕ ਸੀਸਗੰਜ ਗੁਰਦੁਆਰੇ ਤੋਂ 3 ਕਿਲੋਮੀਟਰ ਦੂਰ ਤੱਕ ਸੜਕਾਂ, ਗਲੀਆਂ ਪੁਲਿਸ ਨੇ ਜਿੱਥੇ ਵੀ ਕੋਈ ਸਿੱਖ ਮਿਲਿਆ ਉਹਦਾ ਸ਼ਿਕਾਰ ਕੀਤਾ। ਪੁਲਿਸ ਨੂੰ ਪੱਗ ਵਾਲਿਆਂ ਨਾਲ ਇੰਨੀ ਨਫ਼ਰਤ ਸੀਗੀ ਕਿ ਇੱਕ ਮੁਸਲਮਾਨ ਮੌਲਵੀ ਜਿਹਨੇ ਪੱਗ ਬੰਨੀ ਹੋਈ ਸੀ ਉਹਨੂੰ ਵੀ ਪੁਲਿਸ ਨੇ ਜਾ ਕੇ ਦੱਬ ਲਿਆ, ਉਹਨੂੰ ਵੀ ਜਾ ਕੇ ਰਿਹਾ। ਪਾਗਲਾ ਵਾਂਗ ਕਹਿ ਲਈਏ ਸਿੱਖਾਂ ਦੇ ਹਮਲੇ ਪੁਲਿਸ ਉਸ ਵੇਲੇ ਕਰ ਰਹੀ ਸੀ। ਦੁਕਾਨਾਂ ਤੇ, ਹੋਟਲਾਂ ਤੇ ਜਿੱਥੇ ਵੀ ਸਿੱਖ ਦਿਸਿਆ ਪਗੜੀ ਧਾਰੀ, ਉਹਨਾਂ ਚੋਂ ਵੀ ਕੱਢ ਕੇ ਸਿੱਖਾਂ ਨੂੰ ਜਿਹੜਾ ਕੁੱਟਿਆ ਗਿਆ। ਇੱਕ ਰਿਕਸ਼ਾ ਚਲਾਉਣ ਵਾਲਾ ਰਿਕਸ਼ਾ ਵਿਚਾਰਾ ਚਲਾਉਂਦਾ ਸੀ, ਉਹ ਸਵਾਰੀਆਂ ਲੱਭ ਰਿਹਾ ਸੀ, ਉਹਨੂੰ ਵੀ ਜਾ ਕੇ ਲੰਮਾ ਪਾ ਲਿਆ। ਪੁਲਿਸ ਨੇ ਉਹਨੂੰ ਵੀ ਕੀਤਾ ਤੇ ਉਹ ਉੱਥੇ ਸ਼ਹੀਦ ਵੀ ਹੋ ਗਿਆ। ਬਾਅਦ ਵਿੱਚ ਜਾ ਕੇ ਜੇਲ੍ਹ 'ਚ ਸੁੱਟਿਆ ਗਿਆ। ਜੇਲ੍ਹ ਜਾ ਕੇ ਉਹ ਜਿਹੜਾ ਹੈ ਸ਼ਹੀਦ ਹੋ ਗਿਆ। ਤੋ ਗੁਰਦੁਆਰਾ ਸੀਸਗੰਜ ਦੇ ਕੋਲ ਇੱਕ ਸਿੱਖ ਸੋਡਾ ਖਰੀਦ ਰਿਹਾ ਸੀ ਕਿਸੇ ਦੁਕਾਨ ਤੋਂ, ਉਹਨੂੰ ਜਾ ਕੇ ਵੀ ਬਾਹਰ ਘੜੀਸ ਲਿਆਤਾ ਤੇ ਉਹਨੂੰ ਵੀ ਜਾ ਕੇ ਮਾਰਿਆ ਗਿਆ। ਉਹਨੇ ਕਿਹਾ ਮੈਂ ਤਾਂ ਇੱਕ ਪ੍ਰੋਫੈਸਰ ਹਾਂ, ਮੈਂ ਤਾਂ ਜਲੂਸ ਵਿੱਚ ਸ਼ਾਮਲ ਹੀ ਨਹੀਂ ਹੈ। ਪੁਲਿਸ ਵਾਲਿਆਂ ਨੇ ਕਿਹਾ ਇੱਥੇ ਜਲੂਸ ਸ਼ਾਮਲ ਦਾ ਬਹਾਨਾ ਨਹੀਂ, ਇੱਥੇ ਤਾਂ ਦਾੜੀ ਕੇਸ ਵਾਲਾ ਜਿਹੜਾ ਨਜ਼ਰ ਆਇਆ ਉਹ ਸਾਡੇ ਰਗੜੇ 'ਚ ਆਏਗਾ। ਤੁਮ ਪ੍ਰੋਫੈਸਰ ਹੋ ਜਾਂ ਹੋਰ ਕੁਛ, ਸਾਲੇ ਸਿੱਖ ਤੋਂ ਹੋ। ਉਹਨਾਂ ਦੀ ਬੋਲੀ ਸੀ ਜਿਹੜੀ ਮੈਂ ਦੁਹਰਾਣੀ ਨਹੀਂ ਸੀ ਚਾਹੁੰਦਾ, ਪਰ ਮੈਂ ਦੁਹਰਾਈ ਹੈ। ਜਾਂ ਉਹਨਾਂ ਦੀ ਬੋਲੀ ਸੀ, ਤੁਮ ਪ੍ਰੋਫੈਸਰ ਹੋ ਜਾਂ ਕੁਛ ਹੋਰ, ਸਾਲੇ ਸਿੱਖ ਤੋਂ ਹੋ। ਵੀ ਤੁਸੀਂ ਸਿੱਖ ਤਾਂ ਹੈ। ਇਹ ਬੋਲੀ ਹੈ ਜਿਹੜੀ ਲਿਖੀ ਹੋਈ ਮਿਲਦੀ ਹੈ, ਜਿਹੜੀ ਕਿਤਾਬਾਂ ਵਿੱਚ ਛਪੀ ਹੋਈ ਬੋਲੀ ਹੈ ਜਿਹੜੀ ਉਸ ਵੇਲੇ ਬੋਲੀ ਗਈ। ਗੁਰਦੁਆਰਾ ਸੀਸਗੰਜ ਨੂੰ ਸੀਲ ਕੀਤਾ ਗਿਆ, ਪੁਲਿਸ ਨੇ ਸੀਲ ਕਰ ਦਿੱਤਾ। ਆਲ ਇੰਡੀਆ ਰੇਡ ਤੋਂ ਵੀ ਖਬਰਾਂ ਦੇ ਬੁਲਟਨ ਵਿੱਚ ਐਲਾਨ ਕਰ ਦਿੱਤਾ ਗਿਆ ਕਿ ਗੁਰਦੁਆਰੇ ਨੂੰ ਸੀਲ ਕਰ ਦਿੱਤਾ ਗਿਆ ਹੈ। ਪਰ ਥੋੜੀ ਦੇਰ ਮਗਰੋਂ ਸਰਕਾਰ ਨੇ ਡਰਦਿਆਂ ਹੋਇਆ ਇਹ ਗੁਰਦੁਆਰਾ ਜਿਹੜਾ ਸੀ ਉਹਦਾ ਦਰਵਾਜ਼ਾ ਖੋਲ੍ਹ ਦਿੱਤਾ। 12 ਜੂਨ ਦੀ ਰਾਤ ਤੱਕ ਸਿੱਖਾਂ ਦੇ ਜੱਥੇ ਗ੍ਰਿਫਤਾਰੀ ਦਿੰਦੇ ਰਹੇ। ਪੰਡਿਤ ਨਹਿਰੂ ਦੇ ਸੈਕਟਰੀ BN ਮਲਿਕ ਨੇ ਅੱਖੀ ਡਿੱਠੇ ਹਾਲ ਵਿੱਚ ਦੱਸਿਆ ਕਿ ਹੋਮ ਸੈਕਟਰੀ ਝਾਅ ਚਾਹੁੰਦਾ ਸੀ ਕਿ ਸਿੱਖਾਂ ਦਾ ਇਹ ਜਲੂਸ ਨਿਕਲ ਲੈਣ ਦੇਣਾ ਚਾਹੀਦਾ ਹੈ, ਕਿਉਂਕਿ ਇਸ ਦੇ ਨਾਲ ਕੋਈ ਫਰਕ ਨਹੀਂ ਪਵੇਗਾ। ਜਿਹੜਾ ਉਹਦਾ ਹੁਣ ਜਿਹੜੀ ਖਬਰ ਜਿਹੜੀ ਅੰਦਰਲੀ ਹੈ, ਕਹਿੰਦੇ ਹੋਮ ਸੈਕਟਰੀ ਚਾਹੁੰਦਾ ਸੀ,
ਭਰਾ ਸੀ ਉਸ ਵੇਲੇ ਹੋਮ ਸੈਕਟਰੀ, ਵੀ ਇਹ ਜਲੂਸ ਨਿਕਲ ਤੋਂ ਕੀ ਫਰਕ ਪੈਂਦਾ ਹੈ। ਪਰ ਪੰਡਿਤ ਨਹਿਰੂ ਨੇ ਹੋਮ ਸੈਕਟਰੀ ਨੂੰ ਝਿੜਕ ਮਾਰੀ ਕਿ ਉਹ ਮਿਨਿਸਟਰ ਪੰਡਿਤ ਪੰਤ ਨੂੰ ਕਮਜ਼ੋਰ ਨਾ ਕਰੇ। ਕੈਰੋ ਨੇ ਇਸ ਜਲੂਸ ਤੇ ਪਾਬੰਦੀ ਲਾਈ ਹੋਈ ਹੈ ਅਤੇ ਅਸੀਂ ਇਹਦੀ ਇਜਾਜ਼ਤ ਕਦੀ ਵੀ ਨਹੀਂ ਦੇ ਸਕਦੇ। ਉਹ ਮੰਨਦਾ ਹੈ ਕਿ ਪੁਲਿਸ ਦਾ ਬੇਹਿਸਾਬ ਜ਼ੁਲਮ ਵੀ ਸਿੱਖਾਂ ਦੇ ਰੋਹ ਨੂੰ ਰੋਕ ਨਾ ਸਕਿਆ। ਇਹ BN ਮਲਿਕ ਮਾਈ ਡੇਜ਼ ਵਿਦ ਨਹਿਰੂ ਦੇ ਕਿਤਾਬ ਉਹਨੇ ਲਿਖੀ ਹੈ, ਮਾਈ ਡੇਜ਼ ਵਿਦ ਨਹਿਰੂ। ਉਹਦੇ ਪੇਜ ਨੰਬਰ 437 ਦੇ ਉੱਤੇ ਇਹ ਘਟਨਾ ਉਹਨੇ ਜ਼ਿਕਰ ਕੀਤਾ ਹੈ ਵੀ ਉਸ ਵੇਲੇ ਜਿਹੜਾ ਇਹ ਜ਼ੁਲਮ ਹੋਇਆ। ਤਾਂ ਮੈਂ ਤਾਂ ਇਹ ਕਹਿ ਸਕਦਾ ਹਾਂ ਕਿ ਇਹ ਜਿਹੜੇ ਅਖਬਾਰਾਂ ਦੇ ਵਿੱਚ ਫਿਰ ਖਬਰਾਂ ਛਪੀਆਂ, BBC ਨੇ ਸਿੱਖਾਂ ਦੇ ਜ਼ੁਲਮ ਦੀ ਤਸਵੀਰ ਲੋਕਾਂ ਤੱਕ ਪਹੁੰਚਾਈ, ਪਾਕਿਸਤਾਨ ਦੀਆਂ ਅਖਬਾਰਾਂ ਇਮਰੋਜ਼ ਤੇ ਪਾਕਿਸਤਾਨ ਟਾਈਮਜ਼ ਨੇ ਲਗਾਤਾਰ 3 ਦਿਨ ਪੁਲਿਸ ਬਾਰੇ ਇਸ ਜ਼ੁਲਮਾਂ ਬਾਰੇ ਖਬਰਾਂ ਛਾਪਦੀ ਰਹੀਆਂ। ਨਿਊਯਾਰਕ ਟਾਈਮ ਜਿਹੜੀ ਹੈ ਇੱਥੋਂ USA ਨਿਊਯਾਰਕ ਤੋਂ ਛਪਦੀ ਹੈ, ਉਹਨੇ ਲਿਖਿਆ ਮੇਰੀਆਂ ਅੱਖਾਂ ਸਾਹਮਣੇ ਬੇਗੁਨਾਹ ਸਿੱਖਾਂ ਨੂੰ ਬੇਰਹਿਮੀ ਦੇ ਨਾਲ ਕੁੱਟਿਆ ਤੇ ਮਾਰਿਆ ਗਿਆ। ਉਹਨਾਂ ਨੇ ਵੀ ਖਬਰ ਛਾਪੀ। ਵਾਸ਼ਿੰਗਟਨ ਪੋਸਟ ਅਖਬਾਰ ਛਪਦੀ ਹੈ, ਉਹਨਾਂ ਨੇ ਲਿਖਿਆ ਪੁਲਿਸ ਨੇ ਗਰਾਊਂਡ ਵਿੱਚ ਵਰਤੇ ਲੰਗਰ ਵਿੱਚ ਵੜ ਕੇ ਸਿੱਖਾਂ ਨੂੰ ਕੁੱਟਿਆ ਮਾਰਿਆ। ਅੰਗਰੇਜ਼ੀ ਅਖਬਾਰ ਜਿਹੜੀ ਗਾਰਡੀਅਨ ਨੇ ਲਿਖਿਆ ਕਿ 12 ਜੂਨ ਦੀ ਘਟਨਾ ਪੰਡਿਤ ਨਹਿਰੂ ਦੀ ਦੇਖ-ਰੇਖ ਵਿੱਚ ਹੋਈ। ਭਾਰਤ ਦੀ ਅਖਬਾਰ ਬਿਲਡਸ ਨੇ ਲਿਖਿਆ ਕਿ ਸਰਕਾਰ ਵੱਲੋਂ ਪਾਬੰਦੀ ਬੇਵਕੂਫੀ ਭਰੀ ਅਤੇ ਸਿੱਖਾਂ ਨੂੰ ਸਬਕ ਸਿਖਾਉਣ ਵਾਸਤੇ ਲਾਈ ਗਈ ਸੀ। 5000 ਸਿਪਾਹੀਆਂ ਵੱਲੋਂ ਗੁਰਦੁਆਰੇ ਦੇ ਆਲੇ ਦੁਆਲੇ ਘੇਰਾ ਪਾ ਕੇ ਧੱਕੇਸ਼ਾਹੀ ਕੀਤੀ ਗਈ। ਇਹ ਸਾਰਾ ਕੁਝ ਦੀ ਤਿਆਰੀ ਸਰਕਾਰ ਨੇ ਪਹਿਲਾਂ ਹੀ ਕੀਤੀ ਹੋਈ ਸੀ। ਜਾਪਾਨ ਤੋਂ ਅਖਬਾਰ ਮੈਚਨੀ ਛਪਦਾ ਨੇ ਉਹਨੇ ਆਪਣੇ ਟਾਈਟਲ ਤੇ ਪੁਲਿਸ ਵੱਲੋਂ ਸਿੱਖਾਂ ਨੂੰ ਲੱਤਾਂ ਤੋਂ ਧੂ ਕੇ ਗੱਡੀਆਂ 'ਚ ਲੱਦਦਿਆਂ ਦੀਆਂ ਫੋਟੋ ਛਾਪੀਆਂ ਤੇ ਲਿਖਿਆ ਕਿ ਭਾਰਤ ਦੀ ਪੁਲਿਸ ਨੇ ਸਿੱਖਾਂ ਨੂੰ ਇਵੇਂ ਮਾਰਿਆ ਜਿਵੇਂ ਅੰਗਰੇਜ਼ ਹਿੰਦੁਸਤਾਨੀਆਂ ਨੂੰ ਮਾਰਦੇ ਹੁੰਦੇ ਸਨ। ਅਮਰੀਕਾ ਤੇ ਹੋਰ ਮੁਲਕਾਂ ਦੀਆਂ ਅਖਬਾਰਾਂ ਨੇ ਵੀ ਇਸ ਜ਼ੁਲਮ ਦੀ ਜ਼ਬਰਦਸਤ ਨਿੰਦਾ ਕੀਤੀ। ਕਾਹਿਰਾ ਜਿਹਨੂੰ ਅਸੀਂ ਮਿਸਰ ਕਹਿੰਦੇ ਆ, ਅਖਬਾਰ ਅਲਜ਼ਾਰ ਹੈ, ਉਹਨੇ ਆਪਣੇ ਐਡੀਟੋਰੀਅਲ ਦੇ ਵਿੱਚ ਇਸ ਜ਼ੁਲਮ ਦੀ ਭਾਰੀ ਜਿਹੜੀ ਹੈ ਵਿਰੋਧਤਾ ਕੀਤੀ, ਉਹਦੇ ਖਿਲਾਫ ਆਪਣੀ ਸ਼ਬਦਾਵਲੀ ਲਿਖੀ। ਮਲੇਸ਼ੀਆ, ਅਫਰੀਕਾ, ਯੂਰਪ ਤੇ ਹੋਰ ਅਖਬਾਰਾਂ ਨੇ ਵੀ ਇਸ ਜ਼ੁਲਮ ਨੂੰ ਲੋਕਾਂ ਦੇ ਸਾਹਮਣੇ ਨੰਗਾ ਕੀਤਾ। ਦੁਨੀਆ ਭਰ ਦੇ ਰੇਡੀਓ ਦੇ ਬੁਲਟਨਾਂ ਦੇ ਵਿੱਚ ਧੱਕੇਸ਼ਾਹੀ ਦੀ ਨਿੰਦਾ ਜਿਹੜੀ ਸੀ ਇਹ ਕੀਤੀ ਗਈ। ਦਿੱਲੀ ਦੇ ਸਿੱਖਾਂ ਨੇ 25 ਜੂਨ ਨੂੰ ਪੰਡਿਤ ਨਹਿਰੂ ਨੂੰ ਇੱਕ ਮੈਮੋਰੰਡਮ ਦਿੱਤਾ। ਸਰਕਾਰੀ ਜ਼ੁਲਮ ਦੀ ਨਿੰਦਾ ਕਰਦਿਆਂ ਇਸ ਘਟਨਾ ਦੀ ਅਦਾਲਤੀ ਜਾਂਚ ਕਰਾਉਣ ਦਾ ਮੰਗ ਕੀਤੀ ਗਈ। ਇਹਦੇ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗਿਆਨ ਸਿੰਘ ਵੋਹਰਾ, ਗੁਰਚਰਨ ਸਿੰਘ ਮੈਂਬਰ ਗੁਰਦੁਆਰਾ ਕਮੇਟੀ, ਮਾਨ ਸਿੰਘ ਐਡੀਟਰ ਮਾਨਸਰੋਵਰ, ਮਹਤਾਬ ਸਿੰਘ ਜੀ, ਪ੍ਰੀਤਮ ਸਿੰਘ ਬਾਗੀ, ਚਰਨਜੀਤ ਸਿੰਘ ਜੀ, ਹੁਕਮ ਸਿੰਘ ਜੀ, ਕਿਸ਼ਨ ਸਿੰਘ ਦੇ ਦਸਤਖਤ ਸੀ। ਤੋਂ 12 ਜੂਨ ਨੂੰ ਦਿੱਲੀ ਵਿੱਚ ਜੋ ਕੁਝ ਕੀਤਾ ਗਿਆ ਉਹ ਸਿੱਖਾਂ ਨੂੰ ਸਬਕ ਸਿਖਾਉਣ ਵਾਸਤੇ ਸੀ। ਇਸ ਦਾ ਮਤਲਬ ਤਾਂ ਇਹ ਸੀ ਕਿ ਸਿੱਖ ਡਰ ਜਾਣਗੇ, ਮੁੜ ਕੇ ਮੋਰਚੇ ਜਾਂ ਜਲੂਸ ਦਾ ਰਸਤਾ ਨਹੀਂ ਅਪਣਾਉਣਗੇ, ਨਾ ਇਹ ਝੁਕ ਜਾਣਗੇ। ਸਰਕਾਰ ਨਾਲ ਫਿਰਕਾਪਰਸਤ ਬਹੁ ਗਿਣਤੀ ਨੇ ਵੀ ਸਿੱਖਾਂ ਦੇ ਖਿਲਾਫ ਬੜੀ ਘਟੀਆ ਬਿਆਨਬਾਜ਼ੀ ਕੀਤੀ ਤੇ 16 ਜੂਨ ਦੇ ਦਿਨ ਮਹਾਸ਼ਾਹ ਵਰਿੰਦਰ, ਲਾਲਾ ਜਗਤ ਨਾਰਾਇਣ, ਇੰਦਰ ਸੈਨ, ਆਚਾਰੀਆ ਰਾਮ ਦੇ ਪੰਡਿਤ ਨਹਿਰੂ ਨੂੰ ਮਿਲ ਕੇ 12 ਜੂਨ ਦੇ ਦਿਨ ਸਿੱਖਾਂ ਦੇ ਕੀਤੇ ਧੱਕੇ ਦੀ ਹਮਾਇਤ ਕੀਤੀ ਤੇ ਇਹ ਅੱਗੇ ਵਾਸਤੇ ਵੀ ਸਿੱਖਾਂ ਦੇ ਖਿਲਾਫ ਸਰਕਾਰ ਦੀ ਪੂਰੀ ਮਦਦ ਕਰਨ ਦਾ ਭਰੋਸਾ ਜਿਹੜਾ ਸੀ ਉਹ ਦਵਾਇਆ ਗਿਆ। ਇਹ ਇਤਿਹਾਸ ਹੈ 12 ਜੂਨ ਦੇ ਜਿਹੜਾ ਉਸ ਵੇਲੇ ਵਾਪਰਿਆ। ਇਸ ਤੋਂ ਬਾਅਦ ਦਾ ਅੱਗੇ ਪੰਜਾਬੀ ਸੂਬੇ ਦਾ ਇਤਿਹਾਸ ਇਹ ਮੈਂ ਅਗਲੇ ਹਫ਼ਤੇ ਆਪ ਜੀ ਨਾਲ ਸਾਂਝਾ ਕਰਾਂਗਾ, ਕਿਉਂਕਿ ਸਮਾਂ ਹੋ ਗਿਆ, ਲੇਟ ਹੋ ਗਿਆ 5-7 ਮਿੰਟ। ਇਹ ਕੈਰੋ ਦਾ, ਕਿਉਂਕਿ ਜੁਡੀਸ਼ੀਅਲ ਕਮਿਸ਼ਨ ਕੈਰੋ ਦੇ ਵਿੱਚ ਸੀ, ਆਪਣੇ ਕੋਲ ਸੀ, ਇਸ ਵਾਸਤੇ ਉਹਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨੋਟਿਸ ਜਾਰੀ ਕਰ ਦਿੱਤਾ ਕਿ ਦਰਬਾਰ ਸਾਹਿਬ ਦੀ ਹਜ਼ੂਰ ਵਿੱਚ ਸਿਆਸੀ ਕਾਰਵਾਈਆਂ ਬੰਦ ਕਰ ਦਿਓ, ਅੰਦਰ ਬੈਠੇ ਸਾਰੇ ਸਿਆਸੀ ਆਗੂ ਬਾਹਰ ਕੱਢ ਦਿੱਤੇ ਜਾਣ। ਇਹ ਸਾਰਾ ਕੁਝ ਅਕਾਲੀਆਂ ਦੇ ਹੌਸਲੇ ਜਿਹੜੇ ਸੀ ਉਹ ਢਹਿ ਨਾ ਹੋ ਸਕੇ। ਤਾਂ ਅੱਗੇ ਹੈ ਪੰਜਾਬੀ ਸੂਬੇ ਵਿੱਚ ਲੋਕਾਂ ਦਾ ਉਤਸ਼ਾਹ ਤੇ ਉਹਨਾਂ ਦੇ ਗ੍ਰਿਫਤਾਰੀਆਂ ਤੇ ਸਾਬਕਾ ਪ੍ਰਧਾਨ ਫੈਡਰੇਸ਼ਨ ਦੇ ਜਿਹੜੇ ਭਾਨ ਸਿੰਘ ਆ ਉਹਨਾਂ ਦਾ ਜ਼ਿਕਰ। ਇਹ ਸਾਰਾ ਕੁਝ ਜਿਹੜਾ ਅੱਗੇ ਜਾ ਕੇ ਇੱਥੇ ਆਏਗਾ। ਤਾਂ ਅੱਜ ਦੀ ਵਿਚਾਰ ਆਪਾਂ ਇੱਥੇ ਸਮਾਪਤੀ ਕਰਦੇ ਹਾਂ ਜੀ। ਹੋਈਆਂ ਭੁੱਲਾਂ ਦੀ ਮੈਂ ਆਪ ਪਾਸੋਂ ਖਿਮਾ ਮੰਗ ਰਿਹਾ ਹਾਂ। ਕੁਝ ਆਏ ਵੀ ਹਨ ਦਿੱਲੀ ਦੇ ਸੰਬੰਧ ਵਿੱਚ ਕੋਈ ਸਵਾਲ ਜਾਂ ਡਿਟੇਲ ਵੀ ਲਿਖੀ ਹੈ ਵੀਰ ਤੇਜਿੰਦਰ ਸਿੰਘ ਜੀ ਨੇ। ਜੋ ਲਿਖਿਆ ਹੋਇਆ ਕਿਤਾਬਾਂ ਦੇ ਵਿੱਚ ਮੈਂ ਤਾਂ ਆਪ ਜੀ ਦੇ ਨਾਲ ਉਹ ਸਾਂਝਾ ਕੀਤਾ ਵੀ ਦਿੱਲੀ ਦਾ ਘੰਟਾ ਘਰ ਬਾਰੇ ਕੀ ਹੈ, ਕਿੱਥੇ ਹੈ, ਅਜੇ ਤਾਂ ਮੈਨੂੰ ਉਹਦੇ ਬਾਰੇ ਇੰਨੀ ਜਾਣਕਾਰੀ ਨਹੀਂ ਹੈ। ਜੋ ਕਿਤਾਬਾਂ 'ਚ ਰੈਫਰੈਂਸ ਹਨ, ਮੈਂ 3 ਕਿਤਾਬਾਂ 4 ਹਨ, ਉੱਥੇ ਉਹਨਾਂ ਜੋ ਸ਼ਬਦਾਵਲੀ ਲਿਖੀ ਹੋਈ ਹੈ ਉਹ ਮੈਂ ਆਪ ਜੀ ਦੇ ਨਾਲ ਸਾਂਝੀ ਕੀਤੀ ਹੈ। ਤੋ ਹੋਈਆਂ ਭੁੱਲਾਂ ਦੀ ਆਪ ਪਾਸੋਂ ਖਿਮਾ ਮੰਗ ਰਿਹਾ ਹਾਂ। ਤੋ ਪਿਆਰ ਸਹਿਤ ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ।